आखो सतनाम श्री परम सत्कारयोग सतगुरां दी पावन गोदी अंदर जुड़ मिल बैठे साध संगत जी। बाबा फरीद साहब जी जिन्हां दा आगमन 1173 दे विच होया। दो स्थान मेन ने बाबे फरीद दे, पाकपटन ते एक मुल्तान खोतवाल नगर दे विच। बाबा फरीद साहब जी गालबन 450-500 साल बाबे नानक तो वड्डे है उम्र करके, क्योंकि 1173 ते 1469 11वीं सदी, फिर 12वीं 13वीं 14वीं बहुत रहमत दे मालक सन। और इन्हां दे पिता शेख जमान सुलेमान, माता मरियम ते बहुत ज़्यादा बंदगी करदी सी मां। कुख दे विच जदों बच्चा होवे साध संगत जी, मां जिन्नी बंदगी करू उहदा असर बच्चे ते जरूर पैंदा है। तो बाबा फरीद साहब जी जदों कुख दे विच सी ना माता मरियम दे, बहुत ज़्यादा तप कीता मां ने। अज मावां दे कोल तप नहीं है। अज बाबा फतेह सिंह जी, बाबा जोरावर सिंह जी, भाई तारू सिंह जी अज भी आउणा चाहुंदे है, पर कहंदे छत धर्म दी रख लई दे सिरां दी थम्मी, तेरे वर्गा पुत कोई जमदे मां अजे नहीं जमी। 33 साल बंदगी कीती है गुरु गोबिंद सिंह दे माता जी, माता गुजर कौर जी ने। तो इस करके भागां वालिओ, महाराज जी की कृपा दे नाल बाबा फरीद साहब जी का आगाज 1173 के करीब होया। गुरु नानक साहब तो कोई 500 साल पहले। तो इस करके उस महापुरुख नूं शकरगंज भी आख्या जाता है। सब तो मिठी रसना सी बाबे फरीद दी। जदों भी बोलते सन ते उन्हां दे बोलां च शक्कर दा स्वाद आउंदा सी, इन्ना रस सी उन्हां दी जुबान दे विच। ते आओ हुण बाबा फरीद साहब जी दे दर्शन करिए। जिन्ना भी तुहाडे कोल समा हुंदा जरूर आया करो। मैनूं हुक्म होया संगत दा भी शामां दी कथा लाइव ते सवेर दा भी करिओ, क्योंकि कई रूहां प्यार वालियां दूर बैठियां ने। तो इस करके आओ बड़े प्रेम दे नाल
ਪਹਿਲੇ ਸ਼ਲੋਕ ਕੱਲ ਪੜ੍ਹ ਚੁੱਕੇ ਹਨ। ਜਿਤ ਦਿਹਾੜੈ ਧਨਵਰੀ ਸਾਹੇ ਲਏ ਲਖਾਏ, ਮਲਕ ਜੇ ਕੰਨੀ ਸੁਣੀਂਦਾ ਮੂੰਹ ਦੇ ਖਾਲੇ ਆਏ। ਕਹਿੰਦੇ ਜਦੋਂ ਬੱਚੀ ਦਾ ਸਾਹ ਵੱਜ ਜੇ ਨਾ, ਤੇ ਉਹ ਜਿਹੜੀ ਤਰੀਕ ਦਾ ਵੱਜਿਆ ਉਦਣ ਬਰਾਤ ਵਿਹੜੇ 'ਚ ਜ਼ਰੂਰ ਆਉਂਦੀ ਹੈ। ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆਪਾਂ ਵੀ ਜਿੱਦਣ ਜਨਮ ਲਿਆ ਸੀ ਸੰਗਤੇ, ਆਪਣਾ ਸਾਹਾ ਵੀ ਉਦਣ ਹੀ ਵੱਜ ਗਿਆ ਸੀ, ਤੇ ਜਿੱਦਣ ਉਹ ਸਾਹੇ ਦੀ ਤਰੀਕ ਦਿਨ ਵਾਰ ਉਦਣ ਆਪਾਂ ਇਸ ਦੁਨੀਆ ਨੂੰ ਛੱਡ ਕੇ ਚਲੇ ਜਾਣਾ। ਕਿੰਨਾ ਸਕੂਨ ਮਿਲਦਾ ਸੰਗਤ ਜੀ ਜਦੋਂ ਸ਼ਬਦ ਕਹੀਦਾ ਵੀ ਆਪਾਂ ਚਲੇ ਜਾਣਾ। ਬਸ ਇੰਨਾ ਕਿ ਸ਼ਬਦ ਫਰੀਦ ਸਾਹਿਬ ਦਾ ਸੁਣ ਕੇ ਤੇ ਗਦਗਦ ਹੋ ਜਾਂਦਾ ਮਨ। ਮੈਂ ਕੱਲ ਪੜ੍ਹ ਰਿਹਾ ਸੀ ਨਾ, ਤੇ ਇੰਨਾ ਕੁ ਆਨੰਦ ਆ ਰਿਹਾ ਸੀ ਕਿ ਮਨਾ ਬੰਦਾ ਕਹਿੰਦਾ ਮੈਂ ਵੀ ਵੱਡਾ ਘਰ ਬਣਾਵਾਂ, ਬਾਲਿਆਂ ਵਾਲੀ ਛੱਤ ਬਦਲ ਗਈ ਹੁਣ, ਆਪਾਂ ਵੀ ਸੋਹਣਾ ਗੱਡੀ ਵੱਡੀ ਲਈਏ, ਆਹ ਕਰੀਏ। ਜਦੋਂ ਆਹ ਸ਼ਲੋਕ ਪੜ੍ਹਦੇ ਆ ਨਾ, ਉਦੋਂ ਇੰਨੀ ਠੰਡ ਪੈਂਦੀ ਕਿ ਮਨਾ ਤੂੰ ਚਲੇ ਜਾਣਾ ਏ। ਤੇ ਜਿਨ੍ਹਾਂ ਨੇ ਇਹ ਸੋਚ ਲਿਆ ਮੈਂ ਚਲੇ ਜਾਣਾ ਏ, ਉਹ ਬਹੁਤੇ ਖਿਲਾਰੇ ਨਹੀਂ ਖਿਲਾਰਦੇ। ਤਾਂ ਕਰਕੇ ਫਰੀਦ ਸਾਹਿਬ ਕੋ ਦੁਨੀਆ ਆਉਂਦੀ ਸੀ, ਕਿਉਂਕਿ ਉਹਨਾਂ ਕੋ ਸਕੂਨ ਮਿਲਦਾ ਸੀ। ਅੱਜ ਵੀ ਜਿਹੜੇ ਸਿੱਖ ਗੁਰੂ ਕੋ ਆਉਣ ਲੱਗ ਪੈਂਦੇ ਉਹ ਰਹਿ ਨਹੀਂ ਸਕਦੇ, ਕਿਉਂਕਿ ਗੁਰੂ ਸਾਹਿਬ ਕਹਿੰਦੇ ਭੌਰਾ ਫੁੱਲ ਕੋ ਕੀ ਲੈਣ ਜਾਂਦਾ ਮਹਿਕ। ਹਾਂਜੀ, ਚਕੋਰ ਚੰਦਰਮਾ ਨੂੰ ਕਿਉਂ ਵੇਂਦੀ ਆਨੰਦ ਹੈ। ਸਿੱਖ ਗੁਰੂ ਗ੍ਰੰਥ ਸਾਹਿਬ ਕੋ ਕਾਹਤੋਂ ਆਉਂਦਾ। ਇੱਕ ਵਿਦਵਾਨ ਨੇ ਸਵਾਲ ਕੀਤਾ, ਕਹਿੰਦੇ ਜੀ ਗੁਰਦੁਆਰੇ ਜ਼ਰੂਰੀ ਜਾਣਾ ਹੁੰਦਾ, ਘਰੇ ਬਹਿ ਕੇ ਵੀ ਤਾਂ ਪਾਠ ਕਰ ਸਕਦੇ ਆ ਨਾ, ਰੱਬ ਤਾਂ ਅੰਦਰ ਹੀ ਹੈ। ਤੇ ਜਵਾਬ ਦੇਣ ਵਾਲੇ ਨੇ ਬੜਾ ਸੋਹਣਾ ਜਵਾਬ ਦਿੱਤਾ। ਉਹ ਕਹਿੰਦਾ ਠੀਕ ਹੈ, ਰੱਬ ਅੰਦਰ ਹੀ ਹੈ, ਬਾਣੀ ਘਰੇ ਪੜ੍ਹ ਲੇਗਾ, ਪਰ ਕਹਿੰਦੇ ਵਾਹ ਠੰਡੀ ਵਗਦੀ ਹੋਵੇ ਹਵਾ, ਤੇ ਤੂੰ ਖੱਤੇ ਦੇ ਵਿੱਚ ਬੈਠਾ ਹੋਵੇਂ, ਦੁਪਹਿਰ ਲੱਗੀ ਹੋਵੇ, ਤੇ ਉਸ ਖੱਤੇ ਦੇ ਵਿੱਚ ਬਹਿ ਕੇ ਉਸ ਹਵਾ ਦਾ ਆਨੰਦ ਵੇਖੀ, ਤੇ ਇੱਕ ਦਰਖਤ ਦੇ ਥੱਲੇ ਬਹਿ ਕੇ ਵੇਖੀ, ਕਿਹਦੇ 'ਚ ਜ਼ਿਆਦਾ ਰਸ ਹੈ। ਆਖੋ ਸਤਿਨਾਮ। ਦੁਪਹਿਰ ਵੀ ਉਹ ਹੈ, ਹਵਾ ਵੀ ਉਹ ਹੈ, ਮੌਸਮ ਵੀ ਉਹ ਹੈ, ਪਰ ਜਿਹੜੀ ਆਨੰਦ ਗਰਮੀ 'ਚ ਰੁੱਖ ਦੇ ਥੱਲੇ ਬਹਿ ਕੇ ਆਉਂਦਾ ਏ, ਉਹ ਆਪਾਂ ਨੂੰ ਆਪਣੇ ਵਾਣ ਦੇ ਵਿੱਚ, ਜ਼ਮੀਨ ਦੇ ਵਿੱਚ ਨਹੀਂ ਆਉਣਾ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਭਾਈ ਗੁਰੂ ਦੁਆਰੇ ਹੋਏ ਸੋਝੀ, ਵੀ ਗੁਰੂ ਦੇ ਦਰਸ਼ਨ ਜ਼ਰੂਰ ਕਰਿਆ ਕਰ। ਠੀਕ ਹੈ, ਤੇਰੇ ਘਰ LCD ਲੱਗੀ ਹੈ, ਉੱਤੇ ਲਾਈਵ ਬਾਣੀ ਚੱਲਦੀ ਹਰਿਮੰਦਰ ਸਾਹਿਬ ਤੋਂ, ਬੰਗਲਾ ਸਾਹਿਬ ਤੋਂ, ਠੀਕ ਹੈ, ਪਰ ਤੇਰੀ ਯਾਤਰਾ ਕਿੱਦਾਂ ਸਫਲ ਹੋ? ਕਿਉਂਕਿ ਤਰਿਆ ਥੋੜਾ TV ਵੇਖ ਕੇ ਜਾਣਾ ਹੈ। ਮਹਾਰਾਜ ਕਹਿੰਦੇ ਮੇਰੇ ਮਾਧੋ ਜੀ ਸਤ ਸੰਗਤ ਮਿਲੇ, ਭਾਵੇਂ 2 ਮਿੰਟ ਹੀ ਆਇਆ ਕਰ, ਸੰਗਤ ਵਿੱਚ ਜ਼ਰੂਰ ਆਉਣਾ ਕਰ। ਕਹਿੰਦੇ ਮਲਕ ਜੇ ਕੰਨੀ ਸੁਣੀਂਦਾ ਮੂੰਹ ਦੇ ਖਾਲੇ ਆਏ। ਕਹਿੰਦੇ ਅੱਜ ਲੋਕਾਂ ਦੇ ਘਰਾਂ 'ਚ ਸੁਣਦਾ ਉਹ ਫਲਾਣਾ ਵੀ ਕਾਲ ਚਲਾਣਾ ਕਰ ਗਿਆ, ਫਲਾਣਾ ਵੀ ਮਰ ਗਿਆ। ਕਹਿੰਦੇ ਅੱਗੇ ਲੋਕਾਂ ਦੇ ਸੁਣਦਾ ਸੀ, ਅੱਜ ਤੇਰੇ ਬੂਹੇ ਤੇ ਆਣ ਪਹੁੰਚੀ ਹੈ। ਮੂੰਹ ਦੇ ਖਾਲੇ, ਜਦੋਂ ਮੌਤ ਮੂੰਹ ਦਿਖਾਉਂਦੀ ਤੇ ਪਤਾ ਕੀ ਹੁੰਦਾ, ਸਾਧ ਸੰਗਤ ਬੰਦਾ ਕਹਿੰਦਾ ਮੈਨੂੰ ਘਬਰਾਹਟ ਹੁੰਦੀ, ਪਾਣੀ ਲਿਆਇਓ, ਪਤਾ ਨਹੀਂ ਚੱਕਰ ਜੇ ਆ ਰਿਹਾ। ਬੱਚਾ ਪਾਣੀ ਲੈਣ ਗਿਆ ਤੇ ਆਉਂਦਿਆਂ ਨੂੰ ਬਾਪੂ ਜੀ ਖਤਮ। ਮਹਿਸੂਸ ਕਰਿਓ, ਕਹਿੰਦੇ ਆ ਗਈ ਲੈਣ ਵਾਸਤੇ। ਸੋ ਇਹ ਕੱਲ ਆਪਾਂ ਬਚਨ ਸਾਂਝੇ ਕੀਤੇ ਸੀ, ਜਿੰਦ ਨਿਮਾਣੀ ਕੱਢੀ ਹੈ ਹੱਡਾਂ ਕੂਕੜਕਾਏ। ਕਹਿੰਦੇ ਕਈ ਤਾਂ ਸੌਖੇ ਚੱਲ ਜਾਂਦੇ ਆ, ਜਿਹੜੇ ਬੰਦਗੀ ਵਾਲੇ ਹੁੰਦਾ ਤੇ ਪਤਾ ਹੀ ਨਹੀਂ ਲੱਗਦਾ, ਸੁੱਤੇ ਰਹਿ ਜਾਂਦੇ ਆ, ਜਾਂ 2 ਮਿੰਟਾਂ ਦੀ ਮੌਤ। ਤੇ ਕਈ ਕਹਿੰਦੇ ਹੱਡ ਰਿੜਕਦੇ ਆ, ਕਈ ਰੁਲ ਰੁਲ ਕੇ ਮਰਦੇ ਆ। ਤੋ ਇਸ ਕਰਕੇ ਕਹਿੰਦੇ ਸਾਹੇ ਲਿਖੇ ਨਾ ਚੱਲਣੀ, ਜਿੰਦੂ ਸੁਖੂ ਸਮਝਾਏ। ਕਹਿੰਦੇ ਆਪਣੀ ਜਿੰਦ ਨੂੰ ਸਮਝਾ ਲਾ, ਇਹਨੂੰ ਲੈ ਆ ਕਰ ਗੁਰੂ ਘਰ। ਤੋ ਇਸ ਕਰਕੇ ਸਾਹਿਬ ਜੀ ਕਹਿੰਦੇ ਜਿੰਦ ਵਹੁਟੀ ਮਰਨ ਵਾਰ ਲੈ ਜਾਸੀ ਪਰਨਾਏ। ਕਹਿੰਦੇ ਜਿੰਦ ਰੂਪੀ ਵਹੁਟੀ ਨੂੰ ਮੌਤ ਰੂਪੀ ਲਾੜਾ ਲੈ ਜਾਏਗਾ। ਆਪਣ ਹੱਥੀ ਜੋਲ ਕੇ ਕਹਿ ਗੱਲ ਲੱਗੇ ਤਾਏ। ਕਹਿੰਦੇ ਜਿਨ੍ਹਾਂ ਨੂੰ ਪਿਆਰ ਕਰਦਾ ਹੈ ਨਾ, ਇਹਨਾਂ ਨੇ ਇੱਕ ਦੂਜੇ ਨਾਲ ਲਾ ਕੇ ਰੋਣਾ ਹੀ। ਵਾਲੋਂ ਨਿੱਕੀ ਪੁਰਸਲਾਤ, ਪੁਰਸਲਾਤ ਦਾ ਰਸਤਾ ਜਿਹੜਾ ਹੈ ਨਾ ਮੁਸਲਮਾਨਾਂ ਦੀ ਭਾਸ਼ਾ ਵਿੱਚ, ਕਹਿੰਦੇ ਉਹ ਸੁਣਿਆ ਕੰਨਾਂ ਨਾ
किन्ना कहे वाल तो भी निक्का रस्ता है, क्यों जिधर दी आत्मा ने जाना है। फरीदा किड़ी पवंदी खड़ा ना आप महाए, कहंदे किड़ी पवंदी मैंने आवाज पैंदी भी बचाला अपने आप नूं, पर बंदा नहीं समझदा। सतनाम श्री वाहिगुरु साहिब जीओ, फरीदा दर दर वेस सी, गावी चला दुनिया पत। प्रेम दे नाल पढ़ना जी। फरीदा दर दर वेसी गाखड़ी। फरीद साहब ਦੀ ਰਸ ਵਾਲੀ ਬਾਣੀ ਹੈ, ਇਹਦੇ ਵਿੱਚ ਜ਼ੋਰ ਨਹੀਂ ਲਾਉਣਾ, ਪ੍ਰੇਮ ਦੇ ਨਾਲ। ਬਾਬਾ ਫਰੀਦ ਸਾਹਿਬ ਕਹਿੰਦੇ ਦਰਵੇਸੀ ਗਾਖੜੀ ਚੱਲਾਂ ਦੁਨੀਆ ਪੱਥ। ਕਹਿੰਦੇ ਦਰਵੇਸ਼ੀ ਦਾ ਰਸਤਾ ਬੜਾ ਔਖਾ। ਆਖੋ ਵਾਹਿਗੁਰੂ। ਬਹੁਤ ਔਖਾ ਰਸਤਾ ਹੈ ਦਰਵੇਸ਼ੀ ਦਾ, ਭਾਵ ਫਕੀਰੀ ਦਾ ਰਸਤਾ। ਹੁਣ ਅੰਮ੍ਰਿਤ ਛਕਣ ਨੂੰ ਤਾਂ ਸਾਰੇ ਛਕ ਲੈਂਦੇ। ਮੰਨ ਲਓ 50 ਰੁਪਈਆਂ ਦੀ ਗਾਤਰਾ, 250 ਦੀ ਕਿਰਪਾਨ, ਕਿੰਨਾ ਹੋ ਗਿਆ? 300 ਹੋ ਗਿਆ। ਤੇ ਕੁੜਤਾ ਪਜਾਮਾ 500 ਦਾ ਕਿੰਨਾ ਹੋ ਗਿਆ? 800 ਹੋ ਗਿਆ। 200 ਦੀ ਪੱਗ, ਜਾਣੀ ਕੁੱਲ ਮਿਲਾ ਕੇ 1500 ਰੁਪਈਏ ਦੇ ਵਿੱਚ ਬੰਦਾ ਸਿੱਖੀ ਸਿੰਘ ਬਣ ਜਾਂਦਾ। ਪਰ ਜਦੋਂ ਕਮਾਈ ਦੀ ਗੱਲ ਆਉਂਦੀ ਹੈ, ਉੱਥੇ ਮੈਂ ਵੀ ਫੇਲ ਹਾਂ। ਬੜੀ ਔਖੀ ਹੈ ਮੰਜ਼ਿਲ ਫਕੀਰੀ ਦੀ। ਕਿਉਂ? ਕਿਉਂਕਿ ਅੰਮ੍ਰਿਤ ਛਕਣਾ ਸੌਖਾ ਹੈ, ਰਹਿਤ ਰੱਖਣੀ ਔਖੀ ਹੈ। ਉਹ ਤਾਂ ਔਖੀ ਹੈ ਕਿ ਜਦੋਂ ਮਹਾਰਾਜ ਦੇ ਹੁਣ ਡਾਕਟਰ ਦਵਾਈ ਦਿੰਦਾ ਤੇ ਨਾਲ ਪਰਹੇਜ਼ ਵੀ ਕਹਿ ਦਿੰਦਾ ਵੀ ਦਵਾਈ ਤਾਂ ਅਸਰ ਕਰਨੀ ਜੇ ਪਰਹੇਜ਼ ਕਰਨਾ ਹੀ। ਤੇ ਹੁਣ ਜੇ ਬੰਦੇ ਨੂੰ ਸ਼ੂਗਰ ਹੈ ਤੇ ਕੈਪਸੂਲ ਖਾ ਕੇ ਤੇ 15-16 ਗੁਲਾਬ ਜਾਮੁਨ ਨੂੰ ਖਾ ਲੇ ਤੇ ਕਿੱਥੋਂ ਫਰਕ ਪੈ ਜੂ। ਹੁਣ ਆਪਾਂ ਕਹਿੰਦੇ ਜੀ ਫਲਾਣੇ ਨੇ ਅੰਮ੍ਰਿਤ ਛਕ ਕੇ ਕਿਹੜਾ ਰੰਗ ਲਾਤੇ ਜਿਹੜਾ ਮੈਂ ਰਹਿ ਗਿਆ। ਕਿਉਂ ਕਹਿੰਦੇ ਇੱਦਾਂ? ਉਹ ਸੱਚ ਕਹਿੰਦੇ ਐ, ਕਿਉਂਕਿ ਅਸੀਂ ਬਾਣਾ ਤਾਂ ਪਾ ਲਿਆ ਪਰ ਰਹਿਤ ਨਹੀਂ ਰੱਖ ਸਕੇ। ਮੈਂ ਵੀ ਪਹਿਲਾਂ ਹੀ ਬਚਨ ਕੀਤਾ ਸੰਗਤ ਜੀ, ਮੈਂ ਵੀ ਫੇਲ ਐ, ਕਿਉਂਕਿ ਇਹ ਰਸਤਾ ਬਾਬਾ ਫਰੀਦ ਸਾਹਿਬ ਕਹਿੰਦੇ ਦਰਵੇਸੀ ਗਾਖੜੀ ਬੜੀ ਔਖੀ ਮੰਜ਼ਿਲ ਹੈ। ਇਹ ਤੇ ਸ਼ੁਕਰ ਕਰੀਏ ਵੀ ਉਹ ਪਰਿਵਾਰ ਵਾਰ ਗਿਆ ਸੀ ਤੇ ਆਪਾਂ ਪਰਿਵਾਰ ਪਾਲੀ ਜਾਂਦੇ। ਆਖੋ ਸਤਿਨਾਮ। ਇੰਨਾ ਹੀ ਮੈਂ ਕਹਿ ਸਕਦਾ ਵੀ ਹੁਣ ਜਿੰਨੇ ਵੀ ਰਾਗੀ ਢਾਡੀ ਕਥਾਵਾਚਕ ਹੈ, ਉਹਨਾਂ ਦਾ ਇਹਨਾਂ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਕਾਰੋਬਾਰ ਕਵਾਂਗਾ, ਕਿਉਂਕਿ ਇਹਨਾਂ ਦਿਨਾਂ 'ਚ ਸਾਰੇ ਦਿਨ ਮਨਾਉਂਦੇ ਆ ਤੇ ਮੂੰਹੋਂ ਮੰਗੀ ਭੇਟਾ ਵੀ ਦਿੰਦੇ ਆ। ਤੋ ਇਸ ਕਰਕੇ ਮੈਂ ਇਹ ਸ਼ਬਦ ਵਰਤ ਲਿਆ ਵੀ ਤੂੰ ਪਰਿਵਾਰ ਵਾਰ ਗਿਆ, ਅਸੀਂ ਪਰਿਵਾਰ ਪਾਲਦੇ ਹਾਂ। ਸਾਰੇ ਮਹਾਰਾਜ ਸੱਚੇ ਪਾਤਸ਼ਾਹ, ਅਸੀਂ ਤੇਰੀ ਕੁਰਬਾਨੀ ਨੂੰ ਕਿੱਥੋਂ ਯਾਦ ਕਰਾਂਗੇ। ਅਸੀਂ ਪਰਿਵਾਰਾਂ ਵਾਲੇ ਹਾਂ, ਤੂੰ ਵਾਰ ਕਿਹਾ, ਅਸੀਂ ਪਾਲਦੇ ਹਾਂ। ਤੇਰੇ ਘਰ 5-10 ਦੀ ਦੇਗ ਲੈ ਕੇ ਅਰਦਾਸ ਕਰਦੇ, ਮਹਾਰਾਜ ਅੱਜ ਮੈਨੂੰ ਬਹੁਤ ਕੰਮ ਦੇਈਂ ਮੇਰੇ ਪਰਿਵਾਰ ਨੂੰ। ਤੋ ਮਹਾਰਾਜ ਅਸੀਂ ਪਰਿਵਾਰ ਪਾਲਦੇ, ਤੂੰ ਪਰਿਵਾਰ ਵਾਰਿਆ। ਤੋ ਬਾਬਾ ਫਰੀਦ ਸਾਹਿਬ ਕਹਿੰਦੇ ਦਰਵੇਸੀ ਗਾਖੜੀ ਚੱਲਾਂ ਦੁਨੀਆ ਭੱਤ। ਕਹਿੰਦੇ ਵੀ ਔਖੀ ਬੜੀ ਮੰਜ਼ਿਲ। ਹੁਣ ਧਿਆਨ ਦੇਣਾ ਜੀ, ਇਹ ਕਥਾ ਰਸ ਵਾਲੀ ਆ, ਟਿਕਾਊ ਨਹੀਂ ਸਮਝ ਆਉਣੀ। ਕਾਹਲੀ ਆਪਾਂ ਵੀ ਨਹੀਂ ਕਰਨੀ, ਹੁਣ ਬਥੇਰੀ ਕਰ ਲਈ ਹੈ। ਤੋ ਕਹਿਣ ਦਾ ਭਾਵ ਵੀ ਅੰਮ੍ਰਿਤ ਛਕਿਆ, ਕੜਾ ਪੈਂਦਾ ਸਭ ਤੋਂ ਪਹਿਲੋਂ, ਹੈ ਨਾ। ਕਹਿੰਦੇ ਕੜਾ ਕਹੇ ਚੋਰੀ ਯਾਰੀ ਘਾਤ ਕੋ ਨਾ ਹੱਥ ਲਾਵੀਂ। ਤੇ ਕੀ ਅੰਮ੍ਰਿਤ ਛਕੇ ਵਾਲੇ ਬੰਦੇ ਰਿਸ਼ਵਤ ਨਹੀਂ ਲੈਂਦੇ? ਮੈਂ ਆਪ ਲੈਂਦੇ ਵੇਖੇ, ਉੱਥੇ ਫੇਲ ਹੋ ਗਿਆ ਅੰਮ੍ਰਿਤ। ਦੂਜੀ ਮਹਾਰਾਜ ਕਹਿੰਦੇ ਕਹੇ ਕਿਰਪਾਨ ਕੱਟ ਕਾਮ ਕ੍ਰੋਧ ਲੋਭ ਹੰਕਾਰ ਕੋ। ਇੱਥੇ ਕਿਰਪਾਨ ਪਾ ਕੇ ਸਭ ਤੋਂ ਵੱਡਾ ਕਾਮੀ ਬਣਿਆ ਫਿਰਦਾ ਬੰਦਾ, ਕੈਮਰੇ ਦੇ ਵਿੱਚ ਕੈਦ ਹੋ ਗਿਆ, ਗਾਤਰਾ ਕਿਤੇ ਪਿਆ, ਪੱਗ ਕਿਤੇ ਪਈ। ਆਖੋ ਵਾਹਿਗੁਰੂ। ਹੁਣ ਧਿਆਨ ਨਾਲ, ਫਰੀਦ ਸਾਹਿਬ ਕਹਿੰਦੇ ਔਖੀ ਹੈ। ਕਛਹਿਰਾ ਕਹਿੰਦਾ ਏ ਕਛ ਕਹੇ ਜਤੀ ਰਹੇ ਤਿਆਗ ਪਰ ਨਾਰ ਕੋ। ਹੈ ਤਾਂ ਕੱਪੜਾ ਹੀ 2.5 ਮੀਟਰ ਕਛਹਿਰਾ, ਪਰ ਬਹੁਤ ਵੱਡੀ ਫਕੀਰੀ ਕਛਹਿਰੇ ਦੇ ਵਿੱਚ। ਇਹ ਕਹਿੰਦਾ ਵੇਖੀ ਕਿਤੇ ਆਸੇ ਆਸੇ ਨਾ ਝਾਕ ਮਾਰੀ। ਹਾਂਜੀ, ਤਾਂ ਹੀ ਕਿਸੇ ਨੇ ਕਿਹਾ, ਕਹਿੰਦੇ ਦੇ ਕੇ ਕੇਸ ਦਸ਼ਮੇਸ਼ ਨੇ ਕਿਹਾ ਮੁਖੋਂ ਉਹ ਜਾਓ ਬਖਸ਼ੀਆਂ ਅੱਜ ਸਰਦਾਰੀਆਂ ਨੇ। ਕੰਗਾ ਕਰਦੇ ਸਮੇਂ ਖਿਆਲ ਰੱਖਿਓ
ਕਿਤੇ ਫਿਰਨੀਆਂ ਸਿਰਾਂ ਤੇ ਆ ਰਹੀਆਂ ਨੇ। ਕਸ਼ ਜਤ ਤੇ ਸਤ ਦਾ ਰਹੇ ਪੂਰਾ, ਇਹ ਕੜਾ ਨੀ ਘੜੀਆਂ ਗਈਆਂ ਮਾਰੀਆਂ ਨੇ। ਦੇ ਕੇ ਕੇਸ ਦਸ਼ਮੇਸ਼ ਨੇ ਕਿਹਾ ਮੁਖੋਂ, ਹੋ ਜਾਓ ਬਖਸ਼ੀਆਂ ਅੱਜ ਸਰਦਾਰੀਆਂ ਨੇ। ਇੱਕ ਇੱਕ ਕਕਾਰ ਬੜਾ ਕੀਮਤੀ ਹੈ ਸੰਗਤ ਜੀ। ਤਾਂ ਬਾਬਾ ਫਰੀਦ ਕਹਿੰਦਾ ਦਰਵੇਸ਼ੀ ਗਾਖੜੀ ਇਹ ਬੜੀ ਮਹਿੰਗੀ ਸਿੱਖੀ ਆ। ਪਰ ਅੱਜ ਤੇ ਮਹਾਰਾਜ ਪਤਾ ਨਹੀਂ ਤੂੰ ਤਰਸ ਜਿਹਾ ਕਰੀ ਜਾਂਦਾ। ਜਿਹੜੇ ਸਾਡੇ ਹਾਲਾਤ ਹੈ ਨਾ, ਮੈਂ ਪਹਿਲਾਂ ਵੀ ਬੇਨਤੀ ਕਰਦਾ ਸੰਗਤੇ, ਪੋਹ ਦਾ ਮਹੀਨਾ ਜਿਹੜਾ ਬੰਦਾ ਵੀ ਵਿਆਹ ਕਰਦਾ ਜਾਂ ਵਿਆਹ ਤੇ ਜਾ ਕੇ ਨੱਚਦਾ ਨਾ, ਉਹ ਸਮਝ ਲਓ ਵੀ ਸਾਹਿਬਜ਼ਾਦਿਆਂ ਦੀ ਛਾਤੀ ਤੇ ਚੜ੍ਹ ਕੇ ਨੱਚਣ ਦਿਆ। ਤੇ ਜਿਨ੍ਹਾਂ ਨੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੇ ਜਸ਼ਨ ਮਨਾਏ ਸੀ ਨਾ, ਉਦੋਂ ਹੀ ਹੈਗੇ ਸੀ ਕੁਝ ਬੰਦੇ ਜਿੱਦਣ ਸਾਹਿਬਜ਼ਾਦੇ ਜਿਬਾ ਕੀਤੇ, ਸੁੱਚਾ ਆਨੰਦ, ਸੂਬਾ ਸਰਹੰਦ, ਵਜ਼ੀਰ ਖਾਂ, ਸ਼ਾਸਲ ਬੇਗ, ਬਾਸ਼ਲ ਬੇਗ, ਇਹਨਾਂ ਬੰਦਿਆਂ ਪਾਰਟੀ ਕੀਤੀ ਇਸ ਰਾਤ ਨੂੰ। ਤੇ ਮੀਟ ਸ਼ਰਾਬ ਤੇ ਗਾਉਣ ਵਾਲੀ ਲਾ ਲਈ ਇਹਨਾਂ ਨੇ। ਕਹਿੰਦੇ ਅੱਜ ਗੋਬਿੰਦ ਦਾ ਪਰਿਵਾਰ ਖਤਮ ਕਰਤਾ, ਧਿਆਨ ਦਿਓ ਕਿਤੇ ਅਸੀਂ ਉਹਨਾਂ 'ਚ ਤੇ ਨਹੀਂ ਸ਼ਾਮਲ ਹੁੰਦੇ ਜਾਂਦੇ। ਤੇ ਕਹਿੰਦੇ ਜਦੋਂ ਬਾਪੂ ਨੇ ਬੰਦਾ ਸਿੰਘ ਨੂੰ ਥਾਪਿਆ ਸੀ ਨਾ, ਤੇ ਮਹਾਰਾਜ ਕਹਿੰਦੇ ਬੰਦਿਆ ਆ ਲਿਸਟ ਲੈ ਲਾ। ਬਾਬਾ ਜੀ ਕਾਹਦੀ ਲਿਸਟ ਹੈ? ਕਹਿੰਦੇ ਪੁੱਤ ਇਹਦੇ ਵਿੱਚ ਉਹਨਾਂ ਬੰਦਿਆਂ ਦੇ ਨਾਂ ਲਿਖੇ ਜਿਨ੍ਹਾਂ ਮੇਰੇ ਪੁੱਤਾਂ ਦੀ ਸ਼ਹੀਦੀ ਤੇ ਜਸ਼ਨ ਮਨਾਏ ਸੀ। ਮੇਰੇ ਪੁੱਤਾਂ ਦੀ ਸ਼ਹੀਦੀ ਤੇ ਜਿਨ੍ਹਾਂ ਭੰਗੜੇ ਪਾ ਕੇ ਖੁਆਬ ਸ਼ਰਾਬ ਕੀਤੇ, ਕੱਲੇ ਕੱਲੇ ਬੰਦੇ ਨੂੰ ਧਰਤੀ 'ਚ ਗੱਡਣਾ ਹੀ। ਤੇ ਬਾਬਾ ਬੰਦਾ ਸਿੰਘ ਦਾ ਪੜ੍ਹਿਓ ਇਤਿਹਾਸ ਕਿਤੇ। ਫਿਰ ਬਾਬਾ ਬੰਦਾ ਸਿੰਘ ਨੇ ਇੰਨੀ ਬੁਰੀ ਹਾਲਤ ਨਾਲ ਬਦਲਾ ਲਿਆ ਸੀ ਨਾ ਸਾਹਿਬਜ਼ਾਦਿਆਂ ਦਾ, ਤੇ ਨਾਲ ਹੀ ਇਹ ਵੀ ਲਿਖਤਾ ਸੀ, ਕਹਿੰਦੇ ਸੀ ਬੰਦਾ ਸਿੰਘ ਆ ਜਿਹੜਾ ਇੱਕ ਪਿੰਡ ਆਉਣਾ ਜਦੋਂ ਤੂੰ ਚੜ੍ਹਿਆ ਫੌਜਾਂ ਲੈ ਕੇ, ਜਿਹਦਾ ਨਾਂ ਹੈ ਮਲੇਰਕੋਟਲਾ, ਇਸ ਪਿੰਡ ਨੂੰ ਅੱਗ ਨਾ ਲਾਈ। ਕਹਿੰਦੇ ਮਹਾਰਾਜ ਇਹ ਵੀ ਤੁਰਕਾਂ ਦਾ ਹੀ ਹੈ। ਮਹਾਰਾਜ ਕਹਿੰਦੇ ਨਹੀਂ, ਇਸ ਪਿੰਡ ਦਾ ਸ਼ੇਰ ਖਾਂ ਮੇਰੇ ਪੁੱਤਾਂ ਲਈ ਹਾਂ ਦਾ ਨਾਅਰਾ ਮਾਰ ਕੇ ਗਿਆ। ਤੇ ਬਾਬਾ ਬੰਦਾ ਸਿੰਘ ਕਹਿੰਦੇ ਬਾਪੂ ਤੂੰ ਪਿੰਡ ਦਾ ਹੱਥ ਲਾਉਣ ਦੀ ਗੱਲ ਕਰਦਾ ਏ, ਜੇ ਤੇਰੀ ਕਿਰਪਾ ਹੋਵੇ ਤੇ ਆਪਾਂ ਸ਼ੇਰ ਖਾਂ ਦੇ ਨਾਂ ਉੱਤੇ ਗੁਰਦੁਆਰਾ ਹੀ ਬਣਾ ਦਾਂਗੇ। ਆਖੋ ਸਤਨਾਮ। ਅੱਜ ਪਹਿਲਾ ਮੁਸਲਮਾਨ ਹੈ ਜਿਹਦੇ ਨਾਂ ਤੇ ਗੁਰਦੁਆਰਾ ਬਣਿਆ ਹਾਂ ਦਾ ਨਾਅਰਾ। ਤੇ ਜੇ ਉਹ ਮਾਰ ਸਕਦਾ ਤੇ ਸਾਨੂੰ ਕੀ ਹੋਇਆ? ਅਸੀਂ ਤੇ ਗੁਰੂ ਘਰ ਦੇ ਪ੍ਰਚਾਰਕ ਹਾਂ, ਮਾਰੇ ਦੇ ਘਰ ਦਾ ਖਾਨੇ ਹੈ, ਅਸੀਂ ਕਿਉਂ ਨਹੀਂ ਹਾਂ ਦਾ ਨਾਅਰਾ ਮਾਰ ਸਕਦੇ ਕਿ ਭਾਈ ਪੋਹ ਦੇ ਮਹੀਨੇ 'ਚ ਨਹੀਂ ਵਿਆਹ ਕਰਨਾ, ਨਾ ਜਾਣਾ ਹੀ ਹੈ ਵਿਆਹ ਤੇ ਨਾ ਕਿਸੇ ਨਾਲ ਨੱਚਣਾ ਹੀ ਹੈ। ਜਿੰਨੀ ਕਥਾ ਲਾਈਵ ਵੀ ਚੱਲਣ ਦਿਆ, ਜਿੱਥੋਂ ਤੱਕ ਪਹੁੰਚਦੀ ਹੈ, ਤੁਸੀਂ ਵੀ ਨਾਅਰਾ ਮਾਰੋ ਅੱਜ। ਜੇ ਉਹ ਸੱਤ ਬਗਾਨਾ ਮੁਸਲਮਾਨ ਨਾਅਰਾ ਮਾਰ ਸਕਦਾ, ਸਾਨੂੰ ਕੀ ਹੋਇਆ? ਅਸੀਂ ਪਾ ਕੇ ਕਿਰਪਾਨਾਂ ਤੇ ਨਾਲ ਹੋ ਕੇ ਕਹਿੰਦੇ ਇੱਕ ਫੋਟੋ ਮੇਰੀ ਵੀ ਕਰ ਦੇ। ਤੂੰ ਅੰਮ੍ਰਿਤ ਛਕ ਕੇ ਕੀ ਕਰਨ ਗਿਆ ਅਗਲੇ ਦੇ ਘਰ ਨੱਚਣ ਰਾਤ ਨੂੰ? ਤੂੰ ਅੰਮ੍ਰਿਤ ਛਕ ਕੇ ਕਿਉਂ ਪੈਲਸ 'ਚ ਗਿਆ 13 ਪੋਹ ਨੂੰ? ਤੈਨੂੰ ਨਹੀਂ ਪਤਾ ਤੇਰਾ ਬਾਪੂ ਕੌਣ ਹੈ? ਅੱਜ ਹਾਂ ਦਾ ਨਾਅਰਾ ਮਾਰਿਆ ਕਰੋ ਸੰਗਤ ਜੀ। ਤੇ ਤਾਂ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਫਰੀਦਾ ਦਰਵੇਸ਼ੀ ਗਾਖੜੀ, ਕਹਿੰਦੇ ਬਹੁਤ ਔਖੀ ਆ ਫਕੀਰੀ, ਬਹੁਤ ਜ਼ਿਆਦੀ ਚੱਲਾਂ ਦੁਨੀਆ ਭੱਤ। ਬਾਬਾ ਫਰੀਦ ਸਾਹਿਬ ਕਹਿੰਦੇ ਮੈਂ ਕੀ ਕਰਾਂ, ਮੈਨੂੰ ਦੁਨੀਆ ਨਾਲ ਚੱਲਣਾ ਪੈਂਦਾ, ਦੁਨੀਆਦਾਰੀ ਵੇਖਣੀ ਪੈਂਦੀ, ਪਰ ਫਕੀਰੀ ਬੜੀ ਔਖੀ ਹੈ। ਮਨ ਉਠਾਈ ਕੋਟਲੀ ਕਿੱਥੇ ਨਾ ਵਈਆਂ ਘੱਤ, ਕਿੱਥੇ ਵਈਆਂ ਘੱਤ ਨਾ ਸ਼ਬਦ ਨਹੀਂ ਹੈਗਾ। ਤੁਮਾਰੇ ਸੱਚੇ ਪਾਤਸ਼ਾਹ ਪ੍ਰੇਮ ਦੀ ਮੂਰਤ ਬਾਬਾ ਫਰੀਦ ਸਾਹਿਬ ਕਹਿੰਦੇ ਬੰਨ ਉਠਾਈ ਪੋਟਲੀ ਕਿੱਥੇ ਵਈਆਂ ਘੱਤ। ਕਹਿੰਦੇ ਹੁਣ ਦੱਸੋ ਮੈਂ ਕੀ ਕਰਾਂ, ਫਕੀਰੀ ਬੜੀ ਔਖੀ ਹੈ ਤੇ ਮੇਰੇ ਸਿਰ ਤੇ ਪੋਟਲੀ ਕਾਹਦੀ ਹੈ? ਜ਼ਿੰਮੇਵਾਰੀ ਦੀ। ਪਾਂਡੀ ਹੈ ਨਾ, ਵਿੱਚ ਉਹਦੇ ਪੁੱਤ ਵੀ ਬੈਠੇ ਆ, ਨੌਵਾਂ ਬੈਠੀਆਂ, ਪੋਤਰੇ ਬੈਠੇ ਆ, ਮਾਂ ਪਿਓ ਬੈਠਾ ਏ, ਰਿਸ਼ਤੇਦਾਰ ਸ਼ਰੀਕਾ ਭਾਈਚਾਰਾ। ਕਹਿੰਦੇ ਪੰਡ ਮੇਰੇ ਸਿਰ ਤੇ ਤੂੰ ਰੱਖ ਦਿੱਤੀ ਹੈ, ਬੰਨ ਉਠਾਈ ਪੋਟਲੀ, ਜਾਵਾਂ ਕਿੱਧਰ ਨੂੰ ਹੁਣ? ਤੂੰ ਕਹਿੰਦਾ ਦਰਵੇਸ਼ ਹੋ ਜਾ, ਪਰ ਦਰਵੇਸ਼ੀ ਤੇਰੀ ਮੰਗਦੀ ਬਹੁਤ ਕੁਝ ਹੈ। ਹੁਣ ਬਹੁਤੀ ਸੰਗਤ ਇੱਦਾਂ ਹੀ ਗੁੱਸਾ ਕਰਕੇ ਚੱਲ ਜਾਂਦੇ। ਜਦੋਂ ਗੁਰੂ ਗੋਬਿੰਦ ਸਿੰਘ ਦੇ ਕਥਾ ਆਉਣੀ ਤੇ ਉੱਥੇ ਕੇਸਾਂ ਦਾ ਜ਼ਿਕਰ ਤੇ ਆਉਣਾ ਹੀ ਆਉਣਾ, ਪੱਕਾ ਆਉਣਾ ਪੱਗ ਦਾ। ਤੇ ਕਈ ਫਿਰ ਕਹਿੰਦੇ ਆਪਾਂ ਚੱਲ ਗਏ, ਇਹ ਤੇ ਆਪਾਂ ਨੂੰ ਸੁਣਾਈ ਜਾਂਦਾ ਲੱਗਦਾ।
ਨਾ ਪਿਆਰਿਆ, ਅੱਜ ਫਰੀਦ ਸਾਹਿਬ ਨੇ ਤਰਲਾ ਲਿਆ, ਕਹਿੰਦੇ ਅੱਲਾ ਇੱਕ ਪਾਸੇ ਮੈਨੂੰ ਗ੍ਰਿਸ਼ਤ ਦੀ ਪੰਡ ਚਕਾਤੀ ਹੂੰ, ਹੁਣ ਮੈਂ ਕਿੱਦਾਂ ਤੇਰੇ ਘਰ ਬੰਦਗੀ ਕਰ ਸਕਾਂ, ਕਿਉਂਕਿ ਮੈਂ ਵੀ ਗ੍ਰਿਸ਼ਤੀ, ਆਪਾਂ ਸਾਰੇ ਨਪੀੜੇ ਪਏ ਗ੍ਰਿਸ਼ਤ ਦੇ ਧੰਦਿਆਂ 'ਚ, ਤੇ ਇਹਨਾਂ ਧੰਦਿਆਂ 'ਚ ਝੂਠ ਮਾਰਨਾ ਹੀ ਪੈਣਾ। ਬੋਲੋ ਵਾਹਿਗੁਰੂ। ਕਿਉਂਕਿ ਜੇ ਇੱਕ ਦੁਕਾਨਦਾਰ ਨੇ ਬੱਚੇ ਪਾਲਣੇ ਤੇ 400 ਦੀ ਚੀਜ਼ ਨੂੰ 700 ਦੀ ਬੋਲੋ ਦੱਸਣਾ ਹੀ ਪੈਣਾ, ਤੇ ਫੇਰ ਹੀ 600 ਮਿਲੂ, 200 ਰੁਪਇਆ ਨਿਕਲੂਗਾ। ਇਸ ਕਰਕੇ ਬਾਬਾ ਫਰੀਦ ਸਾਹਿਬ ਕਹਿੰਦੇ ਦੱਸ ਮੈਂ ਕਰਾਂ ਕੀ। ਕਈ ਬੰਦੇ ਕਹਿਣਗੇ ਜੀ ਏਦਾਂ ਉੱਦਾਂ ਬੜੀ ਸੁਚਮਤਾ, ਮਾਫ ਕਰਿਓ, ਠੀਕ ਹੈ ਰਹਿਤ ਰੱਖਣੀ, ਪਰ ਜ਼ਿਆਦਾ ਵੀ ਰਹਿਤ ਮਾਰੇ ਨੇ ਇਹ ਨਹੀਂ ਸੀ ਕਹੀ, ਖਾਸ ਕਰਕੇ ਜ਼ਿਆਦਾ ਵੀ ਟੂਟੀਆਂ ਮਾਂਜੀ ਜਾਈ, ਪਤੀਲੇ ਮਾਂਜੀ ਜਾਈ, ਮਾਰੇ ਕਿਤੇ ਅੰਦਰ ਵੀ ਮਾਂਜ ਲਈ ਕਿਤੇ, ਆਖੋ ਸਤਿਨਾਮ। ਹੁਣ ਕਈ ਬੰਦੇ 5-5 ਵਾਰੀ ਮਾਂਜਣਗੇ ਭਾਂਡੇ ਨੂੰ, ਦੇ ਤਰੇ ਦੀ ਕਹਿੰਦੇ ਅਸੀਂ ਬਹੁਤ ਰਹਿਤ ਵਾਂ। ਮੇਰਾ ਬਾਪੂ ਜੀ ਉਹ ਵੀ ਏਦਾਂ ਹੀ, ਉਹਨਾਂ ਨੇ ਜਿੱਦਾਂ ਬੀਬੀਆਂ ਨੇ ਭਾਂਡਾ ਮਾਂਜਿਆ ਨਾ, ਉਹਨਾਂ ਤੇ ਨਹੀਂ ਰਹਿਣਾ, ਆਪ ਮਾਂਜਣਾ, ਫੇਰ ਪਾ ਕੇ ਦਿੱਤਾ। ਤੇ ਇੱਕ ਦਿਨ ਫਿਰ ਮੈਂ ਕਿਹਾ ਵੀ ਹੁਣ ਸੁੱਚਾ ਹੋ ਗਿਆ, ਕਹਿੰਦਾ ਤੇ ਹੋਰ, ਹੱਥ ਮਾਰ ਕੇ ਬੀਬੀਆਂ ਉਦਾਂ ਹੀ ਸੁੱਟ ਦਿੰਦੀਆਂ, ਚੰਗੀ ਤਰ੍ਹਾਂ ਧੋਂਦੀਆਂ ਨਹੀਂ, ਤੇ ਵਿੱਚ ਪਾ ਕੇ ਦੁੱਧ ਪੀਣ ਦਿਆ। ਤੇ ਮੈਂ ਹੱਸ ਪਿਆ, ਮੈਂ ਕਿਹਾ ਬਜ਼ੁਰਗੋ ਕੌਲਾ ਤੇ ਸੁੱਚਾ ਕਰ ਲਿਆ, ਤੇ ਦੁੱਧ ਸੁੱਚਾ ਕਿੱਦਾਂ ਕਰੇਗਾ? ਕਹਿੰਦੇ ਪੁੱਤ ਦੁੱਧ ਸੁੱਚਾ ਹੁੰਦਾ। ਮੈਂ ਕਿਹਾ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਫੂਲ ਭਵਰ ਜਲ ਮੀਨ ਬਗਾਰਿਓ, ਦੂਧ ਤਾਂ ਬਛੜੈ ਥਣੈ ਬਟਾਰਿਓ। ਗੁਰੂ ਗ੍ਰੰਥ ਸਾਹਿਬ ਕਹਿੰਦੇ ਵੀ ਦੁੱਧ ਤੇ ਬੱਚੇ ਨੇ ਝੂਠਾ ਕਰਤਾ। ਜਦੋਂ ਗਾਂ ਚੋਂਦੇ ਜੇ ਏਦਾਂ ਕਰਕੇ ਚੋਂਦੇ ਜੇ, ਤੇ ਇਮਾਨਦਾਰੀ ਨਾਲ ਦੱਸਿਓ ਵੀ ਕਿਹੜਾ ਬੰਦਾ ਜਿਹੜਾ ਡਟੋਲ ਨਾਲ ਗਾਂ ਦੇ ਥਣ ਧੋਂਦਾ ਜਾਂ ਸਰਫ ਦੇ ਨਾਲ ਧੋਂਦਾ ਹੋਵੇ ਕੋਈ। ਆਪਾਂ ਜਦੋਂ ਵੀ ਪਸ਼ੂ ਚੋਂਦੇ ਆ ਤੇ ਉਹਦਾ ਬੱਚਾ ਛੱਡ ਕੇ ਤੇ ਫਿਰ ਪਾਣੀ ਮਾਰੀਦਾ ਕੱਲਾ, ਤੇ ਪਾਣੀ ਨਾਲ ਝਾੜ ਕੇ ਥਣ ਤੇ ਬਾਲਟੀ। ਤੇ ਮੈਂ ਕਿਹਾ ਹੁਣ ਬਾਪੂ ਕਿੱਥੇ ਭੱਜਣਾ, ਤੂੰ ਕੌਲਾ ਤੇ ਮਾਂਜ ਲਿਆ ਚੰਗੀ ਤਰ੍ਹਾਂ, ਤੇ ਆ ਜਿਹੜਾ ਦੁੱਧ ਇਹ ਵੀ ਝੂਠਾ ਏ, ਇਹ ਤਾਂ ਬੱਚੇ ਨੇ ਝੂਠਾ ਕੀਤਾ। ਤੇ ਫਿਰ ਮੇਰੇ ਵੱਲ ਵੇਖਿਆ ਕੋ ਸਤਨਾਮ। ਉਹ ਮੈਂ ਕਿਹਾ ਇੰਨੀ ਕੱਟੜਤਾਈ ਨਾ ਕਰੀਏ ਆਪਾਂ, ਕਿਉਂਕਿ ਫਿਰ ਕੁਛ ਵੀ ਨਹੀਂ ਖਾ ਸਕਦੇ। ਖੰਡ ਜਿੱਥੇ ਬਣਦੀ ਨਾ ਖੰਡ, ਉੱਥੇ ਇੱਕ ਵਾਰੀ ਚੱਲ ਜਾਓ ਤੇ ਤੁਸੀਂ ਖੰਡ ਖਾਣੀ ਛੱਡ ਜਾਓਗੇ। ਤੇ ਖੰਡ ਸਾਰੀਆਂ ਚੀਜ਼ਾਂ 'ਚ ਪੈਂਦੀ, ਹੁਣ ਦੇਗ 'ਚ ਖੰਡ ਨਹੀਂ ਪੈਂਦੀ, ਤੇ ਜਿੱਥੇ ਖੰਡ ਬਣਦੀ ਉੱਤੇ ਤੁਰੇ ਫਿਰਦੇ ਪਾ ਕੇ ਚੱਪਲਾਂ ਉੱਤੇ, ਬੁਰਾ ਹਾਲ ਜਦੋਂ ਜ਼ਿਆਦੇ ਜਿੱਥੇ ਹੈ ਨਾ। ਇਸ ਕਰਕੇ ਮਹਾਰਾਜ ਕਹਿੰਦੇ ਵੀ ਹੋਰ ਖਾਣਾ ਖੁਸ਼ੀ ਖਵਾਰ, ਜਿਤ ਖਾਧੈ ਤਨ ਪੀੜੀਐ ਮਨ ਮੈਂ ਚੱਲੈ। ਉਹ ਭਾਂਡੇ ਕੱਲੇ ਨਾ ਮਾਂਜੀ ਜਾਈ, ਕਿਤੇ ਅੰਦਰ ਵੀ ਮਾਂਜ ਲਈ, ਆਖੋ ਸਤਿਨਾਮ। ਤੋ ਇਸ ਕਰਕੇ ਬਾਣੀ ਥੋੜੀ ਜਿਹੀ ਡੂੰਘਾਈ ਵਾਲੀ ਹੈ, ਆਪਾਂ ਇਹਨੂੰ ਪੜ੍ਹਦੇ ਨਹੀਂ ਹੈ, ਬਾਹਰਲਾ ਰੌਲਾ ਜ਼ਿਆਦਾ ਹੈ। ਸੋ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹੀ ਕਿਰਪਾ ਕੀਤੀ ਹੈ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਹੈ ਕਿ ਸਾਈਂ ਇੱਕ ਪਾਸੇ ਤੂੰ ਮੈਨੂੰ ਗ੍ਰਿਸ਼ਤੀ ਬਣਾਤਾ। ਬਾਬਾ ਫਰੀਦ ਸਾਹਿਬ ਜੀ ਵਿਆਹੇ ਸੀ, ਤੁਹਾਨੂੰ ਪਤਾ, ਆਖੋ ਸਤਿਨਾਮ। ਗ੍ਰਿਸ਼ਤੀ ਸੀ ਬਾਬਾ ਫਰੀਦ ਜੀ ਦੇ, ਬੱਚੇ ਵੀ ਹੋਏ ਅੱਗੇ। ਤੋ ਇਸ ਕਰਕੇ ਕਹਿੰਦੇ ਇੱਕ ਪੰਡ ਮੈਨੂੰ ਇਹ ਚਕਾਤੀ, ਤੇ ਹੁਣ ਤੇਰੀ ਬੰਦਗੀ ਕਿੱਦਾਂ ਕਰ ਜਾਵਾਂ। ਕਿਤਨਾ ਬੁਝੈ ਕਿਤਨਾ ਸੁਝੈ, ਦੁਨੀਆ ਗੁੱਜੀ ਭਾਵੇ। ਬਾਬਾ ਫਰੀਦ ਸਾਹਿਬ ਕਹਿੰਦੇ ਮੈਨੂੰ ਤੇ ਹੁਣ ਕੋਈ ਸੁਝਦਾ ਉੜਦਾ ਨਹੀਂ, ਦੁਨੀਆ ਗੁੱਜੀ ਭਾਹੇ, ਵੀ ਦੁਨੀਆ ਬੜੀ ਡੂੰਘੀ ਰਮਜ ਹੈ, ਇਹ ਗ੍ਰਿਸ਼ਤੀ ਜੀਵਨ ਬੜੀ ਡੂੰਘਾਈ ਵਾਲਾ ਏ, ਤੇ ਇਹਦੇ 'ਚ ਮੈਨੂੰ ਸਮਝ ਨਹੀਂ ਆਉਂਦੀ ਵੀ ਝੂਠ ਤੋਂ ਬਿਨਾਂ ਗੱਡੀ ਕੋਈ ਨਹੀਂ ਚੱਲਣ ਦੀ, ਹੇਰਾ ਫੇਰੀ ਤੋਂ ਬਿਨਾਂ ਪੈਸੇ ਨਹੀਂ ਬਣਦੇ, ਆਖੋ ਸਤਿਨਾਮ। ਅੱਜ ਕਿੰਨੀਆਂ ਪਿਆਰੀਆਂ ਗੱਲਾਂ ਆ ਗਈਆਂ ਸਾਹਮਣੇ ਵੀ ਵਾਕਿਆ ਹੀ ਬੰਦਾ ਕਈ ਵਾਰੀ ਧਰਮੀ ਬਣਨਾ ਚਾਹੁੰਦਾ ਪਰ ਬਣ ਨਹੀਂ ਸਕਦਾ, ਨਹੀਂ ਬਣ ਸਕਦਾ। ਹੁਣ ਮੰਨ ਲਓ ਕਈ ਵਾਰੀ ਦਾਸ ਵੀ ਜਾਂਦਾ ਪ੍ਰੋਗਰਾਮ ਤੇ, ਕਈ ਵਾਰੀ ਮਨ 'ਚ ਹੁੰਦਾ ਵੀ ਛੱਡ ਦੇਣਾ ਮੰਗਣਾ, ਅੱਜ ਨਹੀਂ ਕਹਿਣਾ ਭੇਟਾ ਦਾ, ਇੱਕ ਨੂੰ ਨਾ ਕਵਾਂਗੇ, ਦੋ ਨੂੰ ਨਾ ਕਵਾਂਗੇ, ਤਿੰਨਾਂ ਨੂੰ ਨਾ ਕਵਾਂਗੇ, ਜਦੋਂ ਗੱਡੀ ਰਾਹ 'ਚ ਰੋਕੀ ਤੇ ਫਿਰ ਪੈਟਰੋਲ ਮੁੱਕ ਗਿਆ, ਤੇ ਫਿਰ ਪੈਟਰੋਲ ਪੰਪ ਵਾਲੇ ਨੂੰ ਕਿੱਦਾਂ ਕਹਾਂਗੇ ਤੇਲ ਪਾ। ਤੋ ਇਸ ਕਰਕੇ ਅੱਜ ਬੜੀ ਡੂੰਘੀ ਜੀ ਰਮਜ 'ਚ ਫਰੀਦ ਸਾਹਿਬ ਜੀ ਬਾਤ ਪਾ ਰਹੇ ਹੈ। ਕਹਿੰਦੇ ਕਿਜ ਨਾ ਬੁੱਝੈ ਕਿਜ ਨਾ ਸੁਝੈ, ਦੁਨੀਆ ਗੁੱਜੀ ਭਾਹੇ। ਕਹਿੰਦੇ ਦੁਨੀਆ ਬੜੀ ਗੁੱਜੀ ਹੈ, ਭਾਵ ਅੱਗ ਜਿਹੜੀ ਹਰ ਇੱਕ ਦੇ ਅੰਦਰ ਬਲ ਰਹੀ ਪਰ ਢੱਕੀ ਹੋਈ ਹੈ, ਪੰਡਤ ਦੇ ਅੰਦਰ ਬਲ ਰਹੀ ਹੈ, ਕਥਾਵਾਚਕ ਦੇ ਅੰਦਰ ਬਲ ਰਹੀ ਹੈ, ਰਾਗੀ ਦੇ ਅੰਦਰ ਬਲ ਰਹੀ ਹੈ। ਇੰਨਾ ਕੁ ਪੜਦਾ ਜ਼ਰੂਰ ਮਾਰੇ ਨੇ ਪਾਤਾ ਵੀ ਕੱਪੜੇ ਚਿੱਟੇ ਦੇਤੇ ਸਨ,
ਵੀ ਚਿੱਟੇ ਕੱਪੜੇ ਤੇ ਵਧੀਆ ਚੀਜ਼ ਵੇਖ ਕੇ ਬੰਦਾ ਕਹਿੰਦਾ ਆਹ ਬਾਬਾ ਜੀ ਬਹੁਤ ਸੰਤੋਖੀ ਲੱਗਦੇ ਆ, ਇਹ ਧਰਮੀ ਲੱਗਦੇ। ਕਹਿੰਦੇ ਸੰਤਾਂ ਦੇ ਅੰਦਰ ਅੱਗ ਬਲ ਰਹੀ ਲਾਲਚ ਦੀ। ਤੁਸੀਂ ਕਹੋਗੇ ਬਾਬਾ ਜੀ ਇਹ ਕੀ? ਮੈਂ ਅੱਖੀਂ ਵੇਖਿਆ ਬੜੇ ਬੜੇ ਨਾਮਵਰ ਸੰਤ ਜਿਨ੍ਹਾਂ ਦੀਆਂ ਮੋਬਾਇਲ ਤੇ ਚੱਲਦੀਆਂ, ਉਹ ਬੰਦੇ ਵੀ ਮੈਂ ਵੇਖੇ ਜਦੋਂ ਬਹਿੰਦੇ ਨਾ ਮੰਜੀ ਲਾ ਕੇ, ਤੇ ਜਿਹੜਾ ਬੰਦਾ 20 ਰੁਪਈਏ ਟੇਕਦਾ ਉਹਨੂੰ, ਉਹਨਾਂ ਦੇ ਅੱਗੇ ਉਹਨੂੰ ਉਹ ਬੁਲਾਉਂਦੇ ਵੀ ਨਹੀਂ। ਤੇ ਜਿਹੜਾ ਬੰਦਾ ਲੱਖ ਰੁਪਈਆ ਰੱਖ ਦਿੰਦਾ, ਉਸੇ ਵੇਲੇ ਏਦਾਂ ਮੋਢੇ ਤੇ ਥਾਪੀ ਮਾਰ ਕੇ ਕਹਿੰਦੇ ਲਿਆਓ ਸਿੰਘੋ ਸਰੋਪਾ ਦਿਓ। ਹੁਣ ਮਤਲਬ ਉਹਨਾਂ ਦੇ ਅੰਦਰ ਵੀ ਲਾਲਚ ਦੀ ਅੱਗ ਮਚ ਰਹੀ ਹੈ। ਤਾਂ ਕਰਕੇ ਤੇ ਫਰਕ ਪਾਇਆ ਗਿਆ ਵੀ ਇੱਕ 20 ਰੁਪਈਏ ਵਾਲੇ ਨੂੰ ਨਹੀਂ ਦਿੱਤਾ, ਪਰ ਜਿਹਦੀ ਦੱਥੀ ਵੱਡੀ ਸੀ ਉੱਥੇ ਬਾਬਾ ਫਰੀਦ ਸਾਹਿਬ ਕਹਿੰਦੇ ਗੁੱਜੀ ਪਾਹੇ, ਵੀ ਹਰ ਇੱਕ ਦੇ ਅੰਦਰ ਮੱਚਣ ਦਈ ਹੈ, ਪਰ ਇੰਨਾ ਵੀ ਉੱਤੋਂ ਪੜਦਾ ਜਿਹਾ ਪਿਆ ਹੋਇਆ। ਕੋ ਸਤਨਾਮ। ਕੋਈ ਵਿਰਲਾ ਸੰਤ ਹੋਊ ਲੱਖਾਂ ਚੋਂ ਇੱਕ, ਜਿਹਨੂੰ ਸੁਖਮਣੀ ਸਾਹਿਤ ਮਾਰੇ ਕਹਿੰਦੇ ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤੈ ਨਹੀਂ ਵਿਯੋਗ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸਾ ਮਾਣ। ਆਹ ਸੰਤ ਦੀ ਡੈਫੀਨੇਸ਼ਨ ਹੈ। ਕਹਿੰਦੇ ਉਹ ਸੰਤ ਜਿਹਦੇ ਸਾਹਮਣੇ ਸੋਨਾ ਪਿਆ ਹੋਵੇ ਤੇ ਉਹ ਵੀ ਮਿੱਟੀ ਹੋ ਜੇ, ਜਿਹਦੇ ਸਾਹਮਣੇ ਮਿੱਟੀ ਹੋਵੇ ਤੇ ਉਹ ਵੀ ਸੋਨਾ। ਬਾਬਾ ਫਰੀਦ ਸਾਹਿਬ ਦੀ ਦਿਲਚਸਪ ਸਾਖੀ ਯਾਦ ਆ ਗਈ। ਬਾਬਾ ਫਰੀਦ ਸਾਹਿਬ ਤਕੀਏ 'ਚ ਬੈਠੇ, ਇੱਕ ਬੀਬੀ ਆਈ ਤੇ ਬਾਬਾ ਫਰੀਦ ਸਾਹਿਬ ਜੀ ਦੇ ਸਾਹਮਣੇ ਆ ਕੇ ਰੋ ਪਈ। ਸਾਈਂ ਜੀ ਬੰਦਗੀ 'ਚ ਸੀ। ਕਹਿੰਦੇ ਬੀਬੀ ਰੋਂਦੀ ਕਿਉਂ ਹੈ? ਕਹਿੰਦੀ ਫਰੀਦ ਜੀ ਮੇਰੀਆਂ 3 ਧੀਆਂ, ਮੇਰਾ ਪਤੀ ਮਰ ਗਿਆ, ਮੇਰਾ ਕੋਈ ਸਹਾਰਾ ਨਹੀਂ, ਤੇ ਮੈਂ ਵਿਆਹ ਕਰਨਾ ਹੈ, ਤੇ ਕਿਰਪਾ ਕਰ ਕਿਸੇ ਦੇ ਕੋਲੋਂ ਮੇਰੀ ਹੈਲਪ ਕਰਾ ਦੇ। ਤੈਨੂੰ ਬਥੇਰੀ ਦੁਨੀਆ ਮੰਨਦੀ ਹੈ, ਤੇਰਾ ਸਤਿਕਾਰ ਹੈ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਵੀ ਠੀਕ, ਮੈਂ ਮੰਨਦਾ ਸਤਿਕਾਰ ਹੈ, ਪਰ ਪਤਾ ਨਹੀਂ ਕਿਉਂ ਮੈਂ ਕਿਸੇ ਤੋਂ ਮੰਗ ਨਹੀਂ ਸਕਦਾ। ਬਾਰ ਪਰਾਇਆ ਬੈਸਣਾ ਸਾਈਂ ਮੁਝੇ ਨਾ ਦੇ, ਮੈਂ ਕਿਸੇ ਤੋਂ ਮੰਗ ਨਹੀਂ ਸਕਦਾ, ਮੇਰੀ ਫਿਤਰਤ ਹੈ। ਕਹਿੰਦੇ ਬਹਿ ਜਾ ਇੱਥੇ, ਜੇ ਕੋਈ ਆਪੇ ਆ ਜਾਊਗਾ ਦੇ ਜੂਗਾ ਤੇ ਮੈਂ ਤੈਨੂੰ ਭੇਟਾ ਦੇ ਦੂੰ। ਕਹਿੰਦੇ 3 ਦਿਨ ਉਹ ਮਾਈ ਬੈਠੀ ਰਹੀ ਫਰੀਦ ਸਾਹਿਬ ਦੇ ਬੂਹੇ ਤੇ, ਕੋਈ ਨਹੀਂ ਆਇਆ। ਉੱਠ ਕੇ ਰੋ ਪਈ ਵਿਚਾਰੀ। ਕਹਿੰਦੀ ਚੰਗਾ ਫਰੀਦਾ, ਸੁਣਿਆ ਸੀ ਰੱਬ ਦੇ ਪਿਆਰਿਆਂ ਦੇ ਘਰੋਂ ਤੇ ਰੱਬ ਦੇ ਘਰੋਂ ਕੋਈ ਖਾਲੀ ਨਹੀਂ ਮੁੜਦਾ, ਪਰ ਮੈਂ ਤੇ ਅੱਜ ਮੁੜ ਹੀ ਚੱਲੀ ਆ। ਜਦੋਂ ਇੰਨੀ ਗੱਲ ਕਹੀ ਨਾ ਅੱਲਾ ਦੇ ਘਰੋਂ ਕੋਈ ਖਾਲੀ ਨਹੀਂ ਮੁੜਦਾ, ਫਿਰ ਫਰੀਦ ਸਾਹਿਬ ਦੀ ਜਾਨ ਨਿਕਲ ਗਈ। ਕਿਉਂਕਿ ਰੱਬ ਦੇ ਪਿਆਰੇ ਰੱਬ ਨੂੰ ਮੰਦਾ ਨਹੀਂ ਸੁਣ ਸਕਦੇ, ਤਵੀਆਂ ਤੇ ਬਹਿ ਸਕਦੇ, ਪਰ ਗੁਰਬਾਣੀ ਨੂੰ ਮਾੜਾ ਨਹੀਂ ਕਹਿ ਸਕਦੇ। ਆਰਿਆਂ ਥੱਲੇ ਖੜੋ ਜਾਂਦੇ, ਪਰ ਗੁਰੂ ਨੂੰ ਮਾੜਾ ਨਹੀਂ ਕਹਿਣ ਦਿੰਦੇ। ਬੰਦ ਕਟਾ ਜਾਂਦੇ, ਪਰ ਆਪਣੇ ਗੁਰੂ ਦੀ ਨਿੰਦਿਆ ਨਹੀਂ ਸੁਣ ਸਕਦੇ। ਇਸ ਕਰਕੇ ਸਾਧ ਸੰਗਤ ਜੀ, ਬਾਬਾ ਫਰੀਦ ਸਾਹਿਬ ਜੀ ਨੂੰ ਦਇਆ ਆਈ। ਕਹਿੰਦੇ ਬੀਬਾ ਰੁਕ ਜਾ, ਉਹ ਮਿੱਟੀ ਦਾ ਢੇਲਾ ਪਿਆ ਨਾ, ਉਹਨੂੰ ਫੜ ਕੇ ਲਿਆ। ਜਦੋਂ ਫਕੀਰ ਦਿਆਲ ਹੁੰਦਾ ਨਾ, ਕਹਿੰਦੇ ਉਹ ਬੀਬੀ ਮਿੱਟੀ ਦਾ ਢੇਲਾ ਪਕੜਿਆ, ਲੈ ਆਈ, ਤੇ ਫਰੀਦ ਸਾਹਿਬ ਜੀ ਨੇ ਉਸ ਢੇਲੇ ਨੂੰ ਪਕੜ ਕੇ ਨਾ ਤੇ ਕੁਰਾਨ ਦੀ ਇੱਕ ਆਇਤ ਨੂੰ 3 ਵਾਰੀ ਪੜ੍ਹਿਆ। ਜਿੱਦਾਂ ਆਪਾਂ ਸ਼ਬਦ ਪੜ੍ਹਦੇ, 3 ਵਾਰੀ ਪੜ੍ਹ ਕੇ ਉਹ ਆਇਤ ਨੂੰ ਤੇ ਉਸ ਮਿੱਟੀ ਦੇ ਢੇਲੇ ਤੇ ਫੂਕ ਮਾਰੀ। ਜਦੋਂ ਫੂਕ ਮਾਰੀ ਤੇ ਉਹ ਸੋਨੇ ਦਾ ਬਣਾਤਾ। ਕਹਿੰਦਾ ਲੈ ਬੀਬਾ ਦੱਸੀ ਨਾ ਕਿਸੇ ਨੂੰ, ਤੇਰੀਆਂ ਧੀਆਂ ਏ, ਤੇ ਤੂੰ ਜਾਂਦੀ ਜਾਂਦੀ ਨੇ ਸ਼ਬਦ ਕਹਿਤਾ ਵੀ ਅੱਲਾ ਦੇ ਘਰੋਂ ਕੋਈ ਮੁੜਦਾ ਨਹੀਂ ਖਾਲੀ। ਅੱਜ ਧੀਆਂ ਦੀ ਮਾਂ ਮੁੜ ਚੱਲੀ ਐ, ਇਸ ਕਰਕੇ ਹੁਣ ਰੌਲਾ ਨਾ ਪਾਈ, ਇਸ ਗੁੱਝੀ ਗੱਲ ਨੂੰ ਦੱਸੀ ਨਾ। ਹੋਣ ਨਜੀਕ ਖੁਦਾਏ ਦੇ ਭੇਤ ਨਾ ਕਿਸੇ ਦੇਣ, ਲੈ ਜਾ ਤੇ ਦੱਸੀ ਨਾ ਕਿਸੇ ਨੂੰ, ਤੇ ਜਾ ਕਾਰਜ ਕਰ ਲਾ। ਉਹਦੇ ਅੰਦਰ ਲਾਲਚ ਪੈਦਾ ਹੋਇਆ। ਹੁਣ ਧਿਆਨ ਦਿਓ, ਪਾਠ ਕਰਨ ਵਾਲੇ ਤੁਹਾਡੇ ਜਿਹੜੇ ਨਿਤਨੇਮੀ, ਉਹਨੇ ਕੀ ਕੀਤਾ ਵੀ ਆਪਣੇ ਘਰੇ ਦਰਵਾਜ਼ਾ ਕੀਤਾ ਬੰਦ, ਕੇਸੀ ਇਸ਼ਨਾਨ ਕਰਕੇ ਬਿਲਕੁਲ ਸਾਫ ਸੁਥਰਾ ਕਮਰਾ ਬਣਾਇਆ ਤੇ ਬਾਬੇ ਫਰੀਦ ਦੀ ਨਕਲ ਕਰਨ ਲੱਗੀ। 2 ਢੇਲੇ ਮਿੱਟੀ ਦੇ ਲਿਆਈ ਤੇ ਉਹੋ ਹੀ ਕੁਰਾਨ, ਉਹੋ ਹੀ ਸ਼ਬਦ ਕੱਢ ਕੇ ਜਿੱਦਾਂ ਫਰੀਦ ਸਾਹਿਬ ਨੇ ਪੜ੍ਹਿਆ ਸੀ 3 ਵਾਰੀ ਪੜ੍ਹ ਕੇ, ਤੇ ਢੇਲੇ ਨੂੰ ਫੂਕ ਮਾਰੀ। ਕੁਝ ਨਹੀਂ ਹੋਇਆ। ਸੋਚਦੀ ਹੈ ਵੀ ਸ਼ਾਇਦ ਮੇਰੀ ਕੋਈ ਸਫਾਈ ਜਾਂ ਰਹਿਤ ਘੱਟ ਹੈ,
ਦੂਜੇ ਦਿਨ ਉਦੋਂ ਵੱਧ ਰਹਿਤ ਰੱਖ ਕੇ ਫਿਰ ਉਹੋ ਹੀ 3 ਵਾਰੀ ਪੜ੍ਹ ਕੇ ਫੂਕ ਮਾਰੀ, ਕੁਛ ਨਹੀਂ ਹੋਇਆ। ਤੀਜੇ ਦਿਨ ਫਿਰ ਉਹਨੇ ਪੂਰਾ ਸਾਫ ਸਫਾਈ ਸਾਰੇ ਪਾਸਿਓਂ ਵੀ ਆਪਣੇ ਆਪ ਨੂੰ ਸੋਧ ਕੇ ਤੀਜੇ ਦਿਨ ਫਿਰ ਉਹੋ ਹੀ ਸ਼ਬਦ ਪੜ੍ਹ ਕੇ ਫੂਕ ਮਾਰੀ, ਪਰ ਕੁਛ ਵੀ ਨਹੀਂ ਹੋਇਆ। ਤੁਰ ਪਈ ਘਰੋਂ। ਫਰੀਦ ਸਾਹਿਬ ਤਕੀਏ 'ਚ ਬੈਠੇ ਖੁਦਾ ਦੀ ਯਾਦ ਵਿੱਚ ਕਹਿਣ ਲੱਗੀ, ਫਰੀਦ ਜੀ ਇੱਕ ਗੱਲ ਦੱਸਿਓ, ਮੈਂ ਤੁਹਾਡੇ ਵਾਂਗੂ ਸੇਮ ਹੀ ਉਹੋ ਹੀ ਸ਼ਬਦ ਪੜ੍ਹ ਕੇ ਸਾਰਾ ਕੁਝ ਏਦਾਂ ਕੀਤਾ, ਪਰ ਤੁਸੀਂ ਕਿੱਦਾਂ ਸੋਹਣਾ ਬਣਾਤਾ। ਕਹਿੰਦੇ ਫਰੀਦ ਸਾਹਿਬ ਜੀ ਰੋ ਪਏ, ਹੰਝੂ ਡਿੱਗ ਪਏ ਅੱਖਾਂ ਚੋਂ। ਕਹਿੰਦੇ ਬਹਿ ਜਾ। ਗੁਰਬਾਣੀ ਵੀ ਕਹਿੰਦੀ ਸਤਿਗੁਰ ਕੀ ਰੀਸੈ ਹੋਰ ਕੱਚ ਪਿੱਚ ਬੋਲਦੇ ਸੇ ਕੂੜਿਆਰ ਕੂੜੇ ਝੜ ਪੜੀਏ। ਬੜੇ ਆਏ ਸੀ ਮੇਰੇ ਨਾਨਕ ਦੀ ਰੀਸ ਕਰਨ, ਗੱਦੀਆਂ ਲਾ ਕੇ ਬਹਿ ਗਏ, ਕਲਗੀਆਂ ਸਿਰ ਤੇ ਲਾ ਲੀਆਂ, ਏਦਾਂ ਮਾਲਾ ਕੀ ਕੁਝ ਨਹੀਂ ਕੀਤਾ ਦੁਨੀਆ ਨੇ, ਪਰ ਸਭ ਗਰਕ ਗਏ, ਲੱਭਾ ਕੋਈ ਨਹੀਂ। ਤੋ ਬਾਬਾ ਫਰੀਦ ਸਾਹਿਬ ਜੀ ਦੇ ਅੱਖਾਂ 'ਚ ਜਾਲ ਆਇਆ ਭੈਣੋ। ਤੇ ਬਾਬਾ ਫਰੀਦ ਸਾਹਿਬ ਕਹਿੰਦੇ ਪੁੱਤ ਵੇ ਕਿੱਦਾਂ ਕੀਤਾ ਸੀ। ਕਹਿੰਦੀ ਮੈਂ ਤੁਹਾਡੇ ਵਾਂਗੂ ਸੇਮ ਹੀ ਕੀਤਾ ਸੀ, ਪਰ ਮੇਰੀ ਮਿੱਟੀ ਸੋਨਾ ਕਿਉਂ ਨਹੀਂ ਬਣੀ। ਕਹਿੰਦੇ ਕਾਰਨ ਇੱਕ ਸੀ, ਜਦੋਂ ਤੂੰ ਉਹ ਆਇਤ ਪੜ੍ਹਦੀ ਸੀ ਨਾ ਤੇ ਫੂਕ ਮਾਰਦੀ ਸੀ, ਤੇਰੇ ਅੰਦਰ ਲਾਲਚ ਬੈਠਾ ਸੀ। ਆਖੋ ਸਤਿਨਾਮ ਵਾਹਿਗੁਰੂ। ਤੇਰੇ ਅੰਦਰ ਲਾਲਚ ਬੈਠਾ ਸੀ। ਜਿੱਦਣ ਮੈਂ ਫੂਕ ਮਾਰੀ ਸੀ, ਮੇਰੇ ਅੰਦਰ ਖੁਦਾ ਬੈਠਾ ਸੀ। ਗੱਲ ਇੰਨੀ ਸਮਝ ਲਿਓ ਮਿੱਤਰੋ, ਰੋਜ਼ ਕਥਾ ਸੁਣਦੇ ਤੁਸੀਂ ਭਾਵਨਾ ਵਾਲਿਓ, ਆਪਣੀ ਬੰਦਗੀ 'ਚ ਕਸੂਰ ਨਹੀਂ ਹੈ, ਪਰ ਇੱਕ ਭਾਂਡੇ 'ਚ ਦੁੱਧ ਤੇ ਦਹੀਂ ਦੋਵੇਂ ਇਕੱਠੇ ਨਹੀਂ ਹੋ ਸਕਦੇ, ਕਦਾਚਿਤ ਨਹੀਂ ਹੋ ਸਕਦੇ। ਵੀ ਇੱਕ ਭਾਂਡੇ ਦੇ ਵਿੱਚ ਤੁਸੀਂ ਲੂਣ ਤੇ ਮਿੱਠਾ ਇਕੱਠਾ ਨਹੀਂ ਪਾ ਸਕਦੇ। ਤੋ ਆ ਵੀ ਇੱਕ ਭਾਂਡਾ ਹੈ ਨਾ, ਗੁਰਬਾਣੀ ਨੇ ਇਹਨੂੰ ਕਿਹਾ ਆਪੇ ਭਾਂਡੇ ਸਾਜੀਆਂ ਆਪੇ ਪੂਰਨ ਦੇ। ਤੋ ਬਾਬਾ ਫਰੀਦ ਸਾਹਿਬ ਕਹਿੰਦੇ ਪੁੱਤ ਤੇਰੇ ਅੰਦਰ ਲਾਲਚ ਬੈਠਾ ਸੀ, ਤੂੰ 2 ਢੇਲੇ ਮਿੱਟੀ ਦੇ ਲਿਆਈ, ਉਹ ਵੀ ਵੱਡੇ ਵੱਡੇ। ਤੇ ਯਾਦ ਰੱਖੀ ਚੀਜ਼ ਇੱਕ ਹੀ ਬਹਿਣੀ ਹੈ। ਖਡੂਰ ਸਾਹਿਬ ਜੋਗੀ ਆਏ ਜੀ, ਤੇ ਗੁਰੂ ਅੰਗਦ ਸਾਹਿਬ ਬਾਪੂ ਜੀ ਬੈਠੇ, ਤੇ ਜੋਗੀਆਂ ਨੇ ਬੜੀਆਂ ਕਰਾਮਾਤਾਂ ਦਿਖਾਈਆਂ, ਬੜਾ ਕੁਝ ਮਹਾਰਾਜ ਨੂੰ ਦਿਖਾਇਆ। ਤੇ ਮੇਰੇ ਪਾਤਸ਼ਾਹ ਕਹਿੰਦੇ ਸਿੱਧ ਜੀ ਸੱਚੀ ਗੱਲ ਦੱਸਿਓ ਵੀ ਤੁਸੀਂ ਚਾਹੁੰਦੇ ਕੀ ਆ। ਕੋਈ ਵੀ ਬੰਦਾ ਤੁਹਾਨੂੰ ਜ਼ਿਆਦਾ ਪਿਆਰ ਕਰੇ ਨਾ, ਤੁਹਾਡੀ ਜ਼ਿਆਦਾ ਸੇਵਾ ਕਰੇ, ਉਹਦੇ ਪਿੱਛੇ ਕੋਈ ਰੀਜਨ ਹੁੰਦਾ, ਤੁਹਾਡੇ ਤੋਂ ਉਹਨੇ ਕੋਈ ਕੰਮ ਕਰਾਉਣਾ ਹੁੰਦਾ। ਹਾਂਜੀ ਹੁਣ ਅਸੀਂ ਵੇਖ ਲਓ, ਕਿਸੇ ਨੇ ਸੇਵਾ ਹੀ ਕਰਨੀ ਹੈ ਤੇ ਉਹਦੇ ਮਗਰ ਮਗਰ ਬਾਬਾ ਫਿਰਦਾ ਕਿ ਨਹੀਂ, ਵਾਹਿਗੁਰੂ ਚਾਹ ਪੀਣੀ, ਦੁੱਧ ਗਰਮ ਕਰੀਏ, ਵਾਹਿਗੁਰੂ ਸਰੂਪਾ ਲੈ ਕੇ ਜਾ, ਕਰਨਾ ਪੈਂਦਾ ਏ, ਕਿਉਂਕਿ ਅਗਲੇ ਨੇ ਸੇਵਾ ਕਰਨੀ ਹੈ। ਇਸੇ ਤਰ੍ਹਾਂ ਕੋਈ ਵੀ ਦਿਲੋਂ ਬਿਰਲਾ ਹੀ ਹੈ, ਜ਼ਿਆਦਾ ਮੁੱਖ ਲੋੜ ਹੈ, ਤਾਂ ਉਸ ਵੇਲੇ ਗੁਰੂ ਪਾਤਸ਼ਾਹ ਨਦਰੇ ਰਹਿਮਤ ਦੀ ਮੀਂਹ ਪਾਉਣ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਗੱਲ ਕੋਈ ਨਹੀਂ ਸੀ ਹੋਰ, ਗੱਲ ਇੱਥੇ ਕਾ ਕੇ ਰੁਕ ਗਈ ਵੀ ਜਿੱਥੇ ਸਾਈਂ ਨੇ ਬਹਿਣਾ ਸੀ, ਤੇ ਉਹ ਸਿੱਧਾਂ ਨੇ ਵੀ ਇੱਦਾਂ ਪਖੰਡ ਕੀਤੇ, ਕਦੇ ਕੁਝ ਕਰਨ ਕੁਝ। ਤੇ ਗੁਰੂ ਅਮਰ ਅੰਗਦ ਦੇਵ ਜੀ ਕਹਿੰਦੇ ਸਿੱਧ ਜੀ ਮੁੱਕ ਦੀ ਗੱਲ ਦੱਸੋ, ਤੁਸੀਂ ਚਾਹੁੰਦੇ ਕੀ ਆ, ਜਿਹੜਾ ਇੰਨਾ ਕੁਝ ਮੈਨੂੰ ਕਰ ਦਿਖਾਉਂਦੇ ਆ, ਇਹਦੇ ਪਿੱਛੇ ਕਾਰਨ ਕੀ ਹੈ। ਕਹਿੰਦੇ ਜਿੱਦਾਂ ਇੱਕ ਔਰਤ ਸ਼ਿੰਗਾਰ ਕਰਦੀ, 16 ਤਰ੍ਹਾਂ ਦੇ ਸ਼ਿੰਗਾਰ ਹੈ, ਤੇ ਉਸ ਬੀਬੀ ਨੂੰ ਕਿਸੇ ਨੇ ਪੁੱਛਿਆ ਵੀ ਤੂੰ ਇਹ ਸ਼ਿੰਗਾਰ ਕਿਹਦੇ ਲਈ ਕਰਦੀ ਇੰਨੇ, ਉਹਨੇ ਫਿਰ ਦੱਸਿਆ, ਕਹਿੰਦੀ ਮੈਂ ਸਾਰੇ ਸ਼ਿੰਗਾਰ ਆਪਣੇ ਪਤੀ ਨੂੰ ਪਾਉਣ ਵਾਸਤੇ ਕਰਦੀ ਹਾਂ। ਵਾਹਿਗੁਰੂ ਜੀ। ਪਰ ਉਹ ਫੇਰ ਨਹੀਂ ਮਿਲਣ ਦਿਆ। ਹੁਣ ਕਈ ਵਿਚਾਰੇ ਬੜੇ ਦੁਖੀ, ਕਈਆਂ ਨੂੰ ਮਾੜੇ ਜੀਵਨ ਸਾਥੀ ਮਿਲ ਜਾਂਦੇ, ਇੰਨੀਆਂ ਬੱਚੀਆਂ ਸੁਨੱਖੀਆਂ ਪੜ੍ਹੀਆਂ ਲਿਖੀਆਂ, ਉਹ ਤਰਸਦੇ ਰਹਿੰਦੇ ਵੀ ਕਦੋਂ ਕੰਮ ਤੋਂ ਆਵੇ, ਅਸੀਂ ਕਿਤੇ ਬੈਠੀਏ ਘੁੰਮਣ ਜਾਈਏ। ਉਹਨਾਂ ਨੂੰ ਕੰਮ ਨਾ ਮਤਲਬ ਹੈ, ਉਹ ਪਿਆਰ ਨਹੀਂ ਦੇ ਸਕੇ, ਘਰ ਬਰਬਾਦ ਕਰ ਲਏ ਕਈਆਂ, ਗੁਸਤਾਖੀ ਮਾਫ। ਤੋ ਕਹਿਣ ਦਾ ਭਾਵ ਸਾਧ ਸੰਗਤ ਜੀ, ਇੱਕ 16 ਸ਼ਿੰਗਾਰ ਔਰਤ ਕਰਦੀ ਪਤੀ ਨੂੰ ਖੁਸ਼ ਕਰਨ ਵਾਸਤੇ। ਤੇ ਗੁਰੂ ਅੰਗਦ ਸਾਹਿਬ ਨੂੰ ਸਿੱਧ ਕਹਿੰਦੇ ਮਹਾਰਾਜ ਤੁਹਾਨੂੰ ਵੀ ਪਤਾ ਸੀ ਕੀ ਚਾਹੁੰਦੇ। ਮਾਰੇ ਕਹਿੰਦੇ ਫਿਰ ਦੱਸ ਦਿਓ ਚਾਹੁੰਦੇ ਕੀ ਜੇ। ਕਹਿੰਦੇ ਤੁਹਾਡੇ ਅੰਦਰ ਆਪਣੀ ਥਾਂ ਬਣਾਉਣੀ ਚਾਹੁੰਦਾ। ਤੇ ਗੁਰੂ ਅੰਗਦ ਸਾਹਿਬ ਜੀ ਕਹਿੰਦੇ ਤੁਸੀਂ ਜੋ ਮਰਜ਼ੀ ਕਰ ਲਓ ਸਿੱਧੋ, ਇਹ ਅੰਦਰ ਦੇ ਵਿੱਚ ਇੱਕੋ ਚੀਜ਼ ਟਿਕਣੀ ਆ, ਜਿੱਥੇ ਤੁਸੀਂ ਬਹਿਣਾ ਚਾਹੁੰਦੇ ਉੱਥੇ ਪਹਿਲਾਂ ਕੋਈ ਬੈਠਾ। ਹੁਣ ਇੱਥੇ ਤਾਬਿਆਂ 'ਚ ਅਸੀਂ ਬੈਠੇ, ਹੁਣ ਦੂਜਾ ਅਸੀਂ ਉੱਠਾਂਗੇ ਤੇ ਬਹੂਗਾ, ਉੱਦਾਂ ਨਹੀਂ ਬੈਠਾ ਜਾਣਾ।
ਹੁਣ ਤਖਤ ਤੇ ਇੱਕ ਸਰੂਪ ਪ੍ਰਕਾਸ਼, ਦੂਜਾ ਕਰਨਾ, ਤੇ ਇਸ ਸਰੂਪ ਨੂੰ ਸੰਤੋਖਣਾ ਪਵੇਗਾ। ਅੰਦਰ ਵੀ ਇੱਕ ਹੈ, ਜਗ੍ਹਾ ਵੀ ਇੱਕ ਹੈ, ਤੇ ਇੱਥੇ ਪੰਜ ਪੰਜ ਭਾਏ ਆ, ਤੇ ਰਸ ਕਿੱਥੋਂ ਆਊ? ਹੁਣ ਇੱਕ ਸ਼ੀਟ ਦੇ ਉੱਤੇ 5 ਬੰਦੇ ਭਾਲੀਏ ਤੇ ਕੀ ਹੁੰਦਾ ਭਲਾ? ਚਲਾਨ ਕੱਟਿਆ ਜਾਂਦਾ ਨਾ। ਇਸ ਕਰਕੇ ਮਾਰੇ ਕਹਿੰਦੇ ਤੇਰਾ ਅੰਦਰ ਇੱਕ ਸੀ, ਉਹਦੇ ਚ 5 ਭਾਲੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਤੇ ਜ਼ਿੰਦਗੀ ਦਾ ਚਲਾਨ ਕੱਟਿਆ ਗਿਆ, ਭਾਵ ਖਤਮ ਕਰ ਲਈ। ਤੂੰ ਸਿੱਧ ਕਹਿੰਦੇ ਬਾਬਾ ਕੌਣ ਬੈਠਾ ਤੇਰੇ ਅੰਦਰ? ਗੁਰੂ ਅੰਗਦ ਸਾਹਿਬ ਜੀ ਕਹਿੰਦੇ ਮੇਰਾ ਨਾਨਕ ਪਾਤਸ਼ਾਹ। ਉਸ ਜਗ੍ਹਾ ਤੇ ਮੈਂ ਤੁਹਾਨੂੰ ਨਹੀਂ ਬਿਠਾ ਸਕਦਾ, ਮੇਰਾ ਨਾਨਕ ਬੈਠਾ ਉੱਥੇ। ਇਸ ਕਰਕੇ ਸੰਗਤੇ ਆਪਣੇ ਅੰਦਰ ਮਾਂ ਬੈਠੀ, ਭਾਬੀ, ਚਾਚੇ, ਤਾਏ, ਪੋਤਰੇ ਆਪਣੇ ਅੰਦਰ ਇੰਨੇ ਕੁ ਜਾਣੇ ਬੈਠੇ ਪਏ, ਮਹਾਰਾਜ ਤੇ ਵੇਖਣ ਦਾ ਵੀ ਕਦੋਂ ਮੈਂ ਆਵਾਂ। ਉਹ ਸੁਖੈਰ ਇਹ ਬੰਦਗੀ ਦੀਆਂ ਬਾਤਾਂ ਡੂੰਘੀਆਂ ਹੁੰਦੀਆਂ। ਤੋ ਇਸ ਕਰਕੇ ਸਾਧ ਸੰਗਤ ਜੀ, ਬਾਬਾ ਫਰੀਦ ਸਾਹਿਬ ਕਹਿੰਦੇ ਧੀਏ ਤੂੰ ਮੇਰੀ ਰੀਸ ਤੇ ਕਰ ਲਈ, ਪਰ ਤੈਨੂੰ ਪਤਾ ਮੈਂ 36 ਸਾਲ ਚੌਂਕੜਾ ਮਾਰਿਆ ਖੁਦਾ ਨੂੰ, ਆਵਾਜ਼ਾਂ ਮਾਰ ਮਾਰ ਕੇ, ਫਿਰ ਜਾ ਕੇ ਖੁਦਾ ਅੰਦਰ ਟਿਕਿਆ। ਤੇ ਤੂੰ ਕੱਲ ਅਜੇ ਗਈ ਮੇਰੇ ਕੋਲੋਂ ਸੋਨਾ ਲੈ ਕੇ, ਤੇ ਅੱਜ ਤੇਰੇ ਅੰਦਰ ਲਾਲਚ ਸੀ ਵੀ ਆਹ ਤੇ ਕੰਮ ਹੀ ਸੌਖਾ, ਵੀ ਮਿੱਟੀ ਲਿਆਓ ਤੇ ਫੂਕ ਮਾਰੋ, ਤੇਰੇ ਅੰਦਰ ਲਾਲਚ ਆ ਗਿਆ ਸੀ। ਕਹਿੰਦੇ ਇੰਨੀ ਕੁ ਸੱਟ ਵੱਜੀ ਉਸ ਭੈਣ ਨੂੰ, ਉਹਨੇ ਜਾਂਦਿਆਂ ਸਾਰ ਉਹ ਜਿਹੜੀ ਸੋਨੇ ਦਾ ਡਲਾ ਸੀ ਨਾ ਬਾਬਾ ਜੀ ਨੇ ਦਿੱਤਾ, ਟੋਆ ਕੱਢ ਕੇ ਮਿੱਟੀ 'ਚ ਨੱਪਤਾ। ਰੰਗ ਇੰਨਾ ਕੁ ਲੱਗ ਗਿਆ, ਕਹਿਣ ਲੱਗੇ ਫਰੀਦ ਸਾਹਿਬ ਕਹਿੰਦੇ ਜਿੱਦਣ ਤੇਰੇ ਅੰਦਰ ਖੁਦਾ ਬਹਿ ਗਿਆ ਨਾ, ਇੱਕ ਢੇਲੇ ਨੂੰ ਤਰਸਦੀ ਐ, ਭਾਵੇਂ ਸਾਰੀ ਧਰਤੀ ਸੋਨੇ ਦੀ ਬਣਾ ਦੀ। ਆਖੋ ਸਤਿਨਾਮ। ਮੈਨੂੰ ਬੜਾ ਸਕੂਨ ਮਿਲਿਆ ਜੀ ਇਹ ਪੜ੍ਹ ਕੇ। ਕਿੰਨੇ ਸਾਲ ਹੋ ਗਏ ਕਥਾ ਕਰਦਿਆਂ, ਤੇ ਮੈਨੂੰ ਆਪਣਾ ਆਪ ਚੇਤੇ ਆ ਗਿਆ ਕਿ ਮਨਾ ਤੂੰ ਵੀ ਕਥਾ ਕਰਦਾ, ਲਾਲਚ ਨੂੰ ਹੀ ਕਰਦਾ। ਲਾਲਚ ਵਾਸਤੇ ਹੀ ਆਪਾਂ ਇੱਕ ਦੂਜੇ ਨੂੰ ਵਡਿਆਈ ਦਾ ਵੀ ਪਰਿਵਾਰ ਬੜਾ ਚੰਗਾ, ਬੜੇ ਨੇਕ ਹੈ। ਤੇ ਮਨ ਨੂੰ ਸ਼ਰਮ ਜੀ ਆਈ ਇਹ ਸਾਖੀ ਪੜ੍ਹ ਕੇ ਕਿ ਵਾਕਿਆ ਮਨਾ ਤੂੰ ਵੀ ਆਪਣੇ ਅੰਦਰ ਸਾਈਂ ਨੂੰ ਬਿਠਾ ਦੇ, ਜਾਂ ਜਿਹੜੀ ਚੀਜ਼ ਸੋਚੀ ਨਹੀਂ ਉਹ ਵੀ ਰੱਬ ਦਊਗਾ। ਉਸ ਬੀਬੀ ਨੇ ਆਖਿਆ ਇੱਕ ਢੇਲੇ ਨੂੰ ਤਰਸਦੀਆਂ, ਧਰਤੀ ਸੋਨੇ ਦੀ ਬਣਾ ਲਈ, ਪਰ ਆਪਣੇ ਅੰਦਰ ਖੁਦਾ ਪੈਦਾ ਕਰੋ। ਅੱਜ ਲੋੜ ਹੈ ਮਾਰੇ ਕਹਿੰਦੇ ਬੰਦੇ ਖੋਜ ਦਿਲ ਹਰ ਰੋਜ਼, ਬੰਦੇ ਖੋਜ ਦਿਲ ਹਰ ਰੋਜ਼, ਬੰਦੇ ਖੋਜ ਦਿਲ ਹਰ ਰੋਜ਼, ਬੰਦੇ ਖੋਜ ਦਿਲ ਹਰ ਰੋਜ਼। ਨਾ ਫਿਰ ਪਰੇਸ਼ਾਨੀ ਮਾਹੇ, ਨਾ ਫਿਰ ਪਰੇਸ਼ਾਨੀ ਮਾਹੇ, ਫਿਰ ਪਰੇਸ਼ਾਨੀ ਮਾਹੇ, ਨਾ ਪਰੇਸ਼ਾਨ ਫਿਰਦੀ ਮਾਹੇ। तुम्हारे सच्चे पातशाह किरपा दे दाते है। ਤਾਂ ਕਰਕੇ ਬਾਬਾ ਫਰੀਦ ਸਾਹਿਬ ਕਹਿੰਦੇ ਦੁਨੀਆ ਗੁੱਜੀ ਪਾਹੇ। ਗੁੱਜੀ ਭਾਵ ਅੰਦਰ ਹੀ ਅੱਗ ਬਲ ਰਹੀ ਹੈ, ਮੇਰੇ ਵੀ ਹੈ, ਸਭ ਸੰਤਾਂ ਮਹੰਤਾਂ ਦੇ ਸਾਰਿਆਂ ਦੇ ਬਲਦੇ ਹੀ, ਕੋਈ ਵਿਰਲਾ ਹੀ ਹੋਊ। ਜੱਗ ਮੇ ਉਤਮ ਕੱਢੀਏ ਵਿਰਲੇ, ਕਿਉਂਕਿ ਮੈਂ ਨਿੰਦਿਆ ਨਹੀਂ ਕਰਦਾ ਸੰਗਤੇ, ਤੁਸੀਂ ਸਿਆਣੇ। ਜੇ ਇਹਨਾਂ ਸੰਤਾਂ ਦੀ ਅੱਗ ਨਾ ਬਲਦੀ ਹੋਵੇ ਲੋਭ ਦੀ, ਤੇ ਇਹਨਾਂ ਦੀ ਗੱਡੀ ਉਸ ਘਰੇ ਕਿਉਂ ਬ੍ਰੇਕ ਮਾਰਦੀ ਹੈ ਜਿੱਥੇ 400 ਕਿੱਲਾ? ਕਨਾਲ ਵਾਲੇ ਦੇ ਘਰ ਕਿਉਂ ਨਹੀਂ ਬ੍ਰੇਕ ਲੱਗਦੀ ਇਹਨਾਂ ਦੀ ਗੱਡੀ? ਇਹਦਾ ਮਤਲਬ ਕਿਤੇ ਨਾ ਕਿਤੇ ਹੈ। ਇੱਕ ਘਰ ਦੀ 400 ਕਿੱਲਾ, ਉਹ ਕਹਿੰਦੇ ਅਸੀਂ ਮੈਂ ਨਾਂ ਨਹੀਂ ਲੈਣਾ, ਕਹਿੰਦੇ ਅਸੀਂ ਹਰ 6 ਮਹੀਨੇ ਬਾਅਦ 6 ਲੱਖ ਰੁਪਈਆ ਬਾਬਿਆਂ ਨੂੰ ਦਿੰਨੇ, ਤੇ ਉਹਨਾਂ ਦੇ ਘਰ ਬਾਬੇ 4-5 ਵਾਰੀ ਆਉਂਦੇ ਇੱਕ ਮਹੀਨੇ 'ਚ। ਤੇ ਮੇਰੇ ਵਰਗਾ ਕਹਿੰਦਾ ਕਿਤੇ 4 ਸਾਲ ਹੋ ਗਏ, ਇੱਕ ਵਾਰੀ ਆ ਜਾਓ ਮਹਾਂਪੁਰਖ, ਕਹਿੰਦੇ ਟਾਈਮ ਨਹੀਂ ਅਜੇ ਹੈਗਾ। ਤੇ ਫਿਰ ਮਹਾਰਾਜ ਕਹਿੰਦੇ ਇਹਦਾ ਮਤਲਬ ਨੁਕਸਾ ਕੋਈ, ਇਹਨਾਂ ਸਾਧਾਂ ਦੇ ਵਿੱਚ ਵੀ ਨੁਕਸਾ ਹੈਗਾ ਕੋਈ, ਜੇ ਕਿਉਂਕਿ ਇਹ ਵੀ ਪੂਰੇ ਕਲੀਅਰ ਨਹੀਂ ਹੋਏ, ਫਿਰ ਫੇਲ ਹੀ ਹੈ ਵੀ। ਤਾਂ ਕਰਕੇ ਬਾਬਾ ਫਰੀਦ ਸਾਹਿਬ ਕਹਿੰਦੇ ਕਿਜ ਨਾ ਬੁੱਝੈ, ਕਿਜ ਨਾ ਸੁਝੈ, ਦੁਨੀਆ ਗੁੱਜੀ। ਬਾਬਾ ਫਰੀਦ ਸਾਹਿਬ ਕਹਿੰਦੇ ਮੈਨੂੰ ਤੇ ਕੋਈ ਸਮਝ ਨਹੀਂ ਲੱਗਣ ਦਈ ਵੀ ਜਿਹਨੂੰ ਵੀ ਮੈਂ ਧਰਮੀ ਸਮਝਦਾ, ਜਿਹਨੂੰ ਵੀ ਮੈਂ ਉੱਚਾ ਸੁੱਚਾ ਸਮਝਦਾ, ਉਹਦੇ ਵਿੱਚ ਹੀ ਕਿਤੇ ਨਾ ਕਿਤੇ ਲੱਗੀ ਹੋਈ ਹੈ। ਸਾਈਂ ਮੇਰੇ ਚੰਗਾ ਕੀਤਾ, ਨਾਹੀ ਤਾਂ ਹੰਪੀ ਰੱਜਾ ਆਏ। ਕਹਿੰਦੇ ਮੇਰੇ ਸਾਈਂ ਨੇ ਬੜਾ ਹੀ ਚੰਗਾ ਕੀਤਾ, ਬਹੁਤ ਹੀ ਕਿਰਪਾ ਵਰਤਾ ਦਿੱਤੀ, ਨਾਹੀ ਤਾਂ ਹੰਪੀ ਦੱਜਾਂ ਆਹੇ। ਕਹਿੰਦੇ ਜਿਸ ਅੱਗ ਵਿੱਚ ਸਭ ਦੁਨੀਆ ਕੀ ਬਾਬੇ, ਕੀ ਪੰਡਤ, ਕੀ ਆਮ ਜਨਤਾ ਸਾਰੇ ਮੱਚ ਗਏ ਇਸ ਅੱਗ ਦੇ ਵਿੱਚ, ਬਾਬਾ ਫਰੀਦ ਕਹਿੰਦੇ ਸਾਈਂ ਮੇਰੇ ਚੰਗਾ ਕੀਤਾ। ਕਹਿੰਦੇ ਮੈਨੂੰ ਇੰਨੀ ਕੁ ਕਿਰਪਾ ਕਰਤੀ, ਬਚਾ ਲਿਆ ਉਹਨੇ, ਆਪਣੀ ਬੰਦਗੀ ਵਾਲੇ ਪਾਸੇ ਲਾ ਲਿਆ, ਖੁਦਾ ਖੁਦਾ ਕਰਨ, ਨਹੀਂ ਤੇ ਮੈਂ ਵੀ ਵਿੱਚ ਹੀ ਸੜ ਜਾਣਾ ਸੀ। ਇਹ ਸ਼ਲੋਕ ਮਿਲ ਗਏ ਅੱਜ
ਕਬੀਰ ਸਾਹਿਬ ਦਾ ਸ਼ਲੋਕ ਆਇਆ ਸੀ ਪਿਛਲੇ ਸ਼ਲੋਕਾਂ 'ਚ, ਕਬੀਰ ਕੋਠੀ ਕਾਠ ਕੀ ਦਹਿ ਦਿਸ ਲਾਗੀ, ਪੰਡਤ ਪੰਡਤ ਜਲ ਮੂਏ ਮੂਰਖ ਉਭਰੇ। ਉਹੀ ਸੇਮ ਸ਼ਲੋਕ ਇੱਧਰ ਆ ਰੱਖਿਆ ਬਾਬੇ ਫਰੀਦ ਨੇ। ਹੁਣ ਕਬੀਰ ਸਾਹਿਬ ਦਾ ਤੇ ਫਰੀਦ ਦਾ ਫਰਕ ਬਹੁਤ ਹੈ। ਬਾਬਾ ਫਰੀਦ ਸਾਹਿਬ ਜੀ 1173 ਦੇ ਵਿੱਚ ਆ ਰਹੇ ਹੈ, ਬਾਬਾ ਨਾਨਕ ਜੀ 1469 ਦੇ ਵਿੱਚ ਆ ਰਹੇ ਹੈ। ਇਹਨਾਂ ਦਾ ਫਕੀਰਾਂ ਦਾ ਫਾਸਲਾ 400 ਸਾਲ ਦਾ ਹੈ ਤੇ ਬੋਲ ਰਲਦਾ ਹੈ। ਹੁਣ ਬਾਬੇ ਨਾਨਕ ਦਾ ਬੋਲ ਹੈ ਸੰਬਤ ਸਾਹਾ ਮਿਲ ਕਰ ਪਾਓ, ਤੇ ਇਹ ਸ਼ਬਦ 550 ਸਾਲ ਉਚਾਰੇ ਨੂੰ ਹੋ ਗਏ। ਤੇ ਇੱਕ ਬਾਬਾ ਫਰੀਦ ਉਚਾਰਦੇ ਆ ਸਾਹੇ ਲਿਖੇ ਨਾ ਚੱਲਣੀ ਜਿੰਦੂ ਕੂ ਸਮਝਾਏ। ਸ਼ਬਦ ਦੋਵੇਂ ਮੇਲ ਖਾਂਦਾ, ਇੱਕ 900 ਸਾਲ ਪਹਿਲਾਂ ਉਚਾਰਿਆ ਗਿਆ ਤੇ ਇੱਕ 500 ਸਾਲ। ਇਹਦਾ ਮਤਲਬ ਬੰਦਗੀ ਵਾਲਿਆਂ ਦੇ ਸੁਭਾਅ ਮੇਲ ਖਾਂਦੇ ਹੈ, ਉਹਨਾਂ ਦੇ ਅੰਦਰ ਰਲ ਜਾਂਦਾ ਏ। ਤੋ ਮਹਾਰਾਜ ਕਹਿੰਦੇ ਹਨ ਕਿ ਸਾਈਂ ਚੰਗਾ ਹੀ ਕੀਤਾ ਈ ਜਿਹੜਾ ਤੂੰ ਮੈਨੂੰ ਬਚਾ ਲਿਆ। ਮੈਂ ਤੇਰੇ ਘਰ ਹੁਣ ਤੁਸੀਂ ਆ ਜਾਂਦੇ ਰੋਜ਼, ਇੱਥੇ ਝੱਟ ਬਚ ਹੀ ਜਾਈਦਾ। ਵੈਸੇ ਟਾਈਮ ਕੱਢਣਾ ਹੀ ਹੈ, ਟਾਈਮ ਹੈ ਨਹੀਂ ਜ਼ਿੰਦਗੀ 'ਚ ਉਦੋਂ ਨਹੀਂ ਲੱਗਦਾ। ਪਰ ਧੰਨ ਹੋ ਤੁਸੀਂ ਜਿਹੜੇ ਇੰਨੀ ਠੰਡ 'ਚ ਨੇਮ ਨਾ ਆ ਜਾਂਦੇ ਜੇ। ਤੋ ਅੱਜ ਬਾਬਾ ਫਰੀਦ ਸਾਹਿਬ ਕਹਿੰਦੇ ਅੱਲਾਹ ਤਾਲਾ ਤੇਰਾ ਸ਼ੁਕਰ ਹੈ, ਮੈਂ ਵੀ ਮੱਚ ਜਾਣਾ ਸੀ ਸਾਰੀ ਦੁਨੀਆ ਵਾਂਗੂ, ਪਰ ਤੂੰ ਮੈਨੂੰ ਆਪਣੀ ਬੁੱਕਲ ਦੇ ਵਿੱਚ ਬਿਠਾ ਕੇ ਬਚਾਉਣਾ ਕੀਤਾ ਹੈ। ਬਾਬਾ ਫਰੀਦ ਸਾਹਿਬ ਕਹਿੰਦੇ ਤੈਨੂੰ ਦੀਦਾ ਨਾ ਵਿਸ਼ਵਾਸਾਂ ਦੇ ਤਿਲ ਥੋੜੇ ਰਹਿ ਗਏ। ਕਿੰਨੀ ਉਮਰ ਹੋ ਗਈ ਪਿਆਰਿਓ ਤੁਹਾਡੀ? 62 ਸਾਲ ਹੋ ਗਈ ਹੈ। ਹਾਂ, ਤੇ ਆਪਾਂ ਨੂੰ ਇੰਨਾ ਕੁ ਪਤਾ ਵੀ ਹੁਣ 17 ਦੇ ਉੱਤੇ ਭੋਗ ਪੈ ਜਾਂਦਾ। ਜੇ 62 ਹੋ ਗਈ ਤੇ ਮਗਰ 8-9 ਹੀ ਰਹਿ ਗਈ। ਗੁਸਤਾਖੀ ਮਾਫ। ਮੈਂ ਪਿਆਰ ਵਾਲੇ ਨੂੰ ਪੁੱਛਦਾ ਨਾ, ਦੂਜੇ ਨੇ ਤੋਂ ਗਲ ਪੈ ਜਾਣਾ ਮੇਰੇ, ਬਾਬਾ ਤੂੰ ਮੈਨੂੰ ਮਾਰ ਕੇ ਖੁਸ਼। ਕਈ ਕਹਿਣਗੇ ਬਾਬਾ ਤੁਸੀਂ ਤੇ ਸੁਖਣਾ ਸੁੱਖਦੇ। ਮੈਂ ਕਿਹਾ ਕਾਹਦੀ? ਕਹਿੰਦੇ ਲੋਕੀ ਮਰਦੇ ਰਹਿਣ, ਅਸੀਂ ਭੋਗ ਤੇ ਕਥਾ ਕਰੀਏ। ਮੈਂ ਕਿਹਾ ਤੁਹਾਡਾ ਭਲਾ ਹੋ ਜੇ, ਏਦਾਂ ਦੀ ਗੱਲ ਕਾਹਤੋਂ ਕਰਦੇ ਹੁੰਦੇ ਆ? ਕਹਿੰਦੇ ਤੁਹਾਨੂੰ ਤੇ ਇਹੋ ਹੀ ਰਹਿੰਦਾ ਵਾ ਵੀ ਕੋਈ ਮਰੇ ਤੇ ਅਸੀਂ ਕੀਰਤਨ ਕਰੀਏ। ਮੈਂ ਕਿਹਾ ਅਸੀਂ ਕਿਹੜਾ ਮਰਨਾ ਨਹੀਂ। ਕਈ ਕਹਿ ਜਾਂਦੇ ਮੂੰਹ ਤੇ ਹੀ। ਤੇ ਇਸ ਕਰਕੇ ਬਾਬਾ ਫਰੀਦ ਸਾਹਿਬ ਕਹਿੰਦੇ ਜੇ ਤੈਨੂੰ ਲੱਗਦਾ ਨਾ ਵੀ ਤਿਲ ਥੋੜੇ ਸਵਾਸਾਂ ਦੇ, ਵੀ ਹੁਣ ਤੇ ਦਾੜਾ ਵੀ ਚਿੱਟਾ ਹੋ ਗਿਆ, ਕੇਸ ਵੀ, ਤੇ ਸੰਮਲ ਬੁੱਕ ਭਰੀ, ਫਿਰ ਜਿੰਨੇ ਕੁ ਬਚੇ ਉਹਨਾਂ ਨੂੰ ਗੁਰਦੁਆਰੇ ਕੱਢਦੇ। ਹੁਣ ਤੁਸੀਂ 60 ਮਿੰਟ ਬੈਠੇ ਇੱਥੇ ਤੇ ਪੂਰਾ 1000 ਸਵਾਸ ਤੁਹਾਡਾ ਗੁਰੂ ਅੱਗੇ ਨਿਕਲ ਗਿਆ, ਸਾਂਭਿਆ ਗਿਆ ਨਾ। ਤੇ ਇਸ ਕਰਕੇ 1000 ਰੁਪਇਆ ਰੋਜ਼ ਦਾ ਸਾਂਭੀ ਜਾਓ, ਮਹੀਨੇ ਦਾ 30,000, 2 ਮਹੀਨਿਆਂ ਦਾ 60, 4 ਮਹੀਨਿਆਂ ਦਾ 120। ਹਾਂਜੀ, ਵੇਦ ਬਹੁਤ ਹੋ ਜਾਣੇ ਆ ਨਾ, ਆਖੋ ਸਤਨਾਮ। ਇਸ ਕਰਕੇ ਬਾਪੂ ਕਹਿੰਦਾ ਰੋਜ਼ ਆਉਂਦੇ ਜੇ, ਜਮਾ ਹੋਈ ਜਾਂਦੇ ਆਪਣੇ, ਦਊਗਾ ਸਤਿਗੁਰੂ ਆਪਾਂ ਨੂੰ ਬਾਅਦ ਚ ਇਕੱਠੇ ਕਰਕੇ। ਜਿੱਦਾਂ ਬੈਂਕ 'ਚ FD ਹੁੰਦੀ ਤੇ ਫਿਰ ਬਾਅਦ 'ਚ ਮਿਲ ਜਾਂਦੀ ਹੈ ਨਾ, ਇਹ ਵੀ ਆਪਣੀ FD ਹੁੰਦੀ ਰੋਜ਼ ਦੀ। ਭਾਵੇਂ ਜੇ ਕੋਈ 20 ਮਿੰਟ ਬਹਿੰਦਾ, ਕੋਈ 10 ਮਿੰਟ ਬਹਿੰਦਾ, ਇਹ ਗੁਰੂ ਦੇ ਲੇਖੇ। ਬਾਬਾ ਫਰੀਦ ਸਾਹਿਬ ਕਹਿੰਦੇ ਸੰਮਲ ਬੁੱਕ, ਇੰਨੀ ਉਮਰ ਕੱਢਤੀ ਐਵੇਂ ਗਵਾ ਕੇ, ਹੁਣ ਸਾਂਭ ਲਾ। ਕਈ ਬਜ਼ੁਰਗਾਂ ਨੇ ਕਮਾਈ ਬੜੀ ਕੀਤੀ ਹੁੰਦੀ ਤੇ ਆਪਣੇ ਕੋਲ ਨਹੀਂ ਰੱਖਿਆ ਕੁਝ, ਤੇ ਜਦੋਂ ਫਿਰ ਬਾਅਦ 'ਚ ਨੌਹਾਂ ਆ ਜਾਂਦੀਆਂ, ਪੋਤੇ ਆ ਜਾਂਦੇ, ਤੇ ਫਿਰ ਉਹ ਕਹਿੰਦੇ ਚੱਲ ਬੇਬੇ ਬਾਹਰ। ਕਈ ਬੰਦੇ ਇੱਥੇ ਮੈਂ ਆਪ ਵੇਖੇ ਸਾਨੂੰ ਸਮਝਾਉਂਦੇ। ਇੱਕ ਬਜ਼ੁਰਗ ਕਹਿੰਦਾ ਪੁੱਤ ਕਮਾਈ ਕਰਦਾ ਨਾ, ਥੋੜੇ ਜਿਹੇ ਪੈਸੇ ਵੱਖਰੇ ਕੱਢੀ ਜਾ। ਮੈਂ ਕਿਹਾ ਜੀ ਕਦੇ ਸੋਚਿਆ ਨਹੀਂ ਨਾ। ਕਹਿੰਦੇ ਫਿਰ ਮੈਨੂੰ ਪੁੱਛ ਲਾ। ਕਹਿੰਦਾ ਮੈਂ ਉਹ ਬੰਦਾ ਹੈ ਜਿਹਨੇ ਆਪਣੀ ਜ਼ਿੰਦਗੀ 'ਚ ਕਰੋੜ ਤੋਂ ਵੱਧ ਕਮਾਈ ਕੀਤੀ। ਅੱਜ ਕਹਿੰਦਾ ਮੇਰੇ ਕੋਲ ਦਵਾਈ ਲੈਣ ਨੂੰ ਪੈਸੇ ਨਹੀਂ, ਮੈਂ ਸਾਰੇ ਟੱਬਰ ਲਈ ਦੇਤੇ, ਆਪਣੇ ਕੋਲ ਕੁਛ ਨਹੀਂ ਰੱਖਿਆ। ਇਹ ਤੇ ਦੁਨਿਆਵੀ ਗੱਲ ਹੈ ਨਾ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜੇ ਤੇਰੇ ਕੋਲ ਕੁਛ ਹੋਊਗਾ ਕੱਢ ਕੇ ਦਵਾਈ ਲੈ ਆਵੇਂਗਾ ਬੁੱਢੇ ਬਾਰੇ। ਇਹ ਦੁਨਿਆਵੀ ਉਦਾਹਰਨ। ਇੱਥੇ ਫਰੀਦ ਸਾਹਿਬ ਕਹਿੰਦੇ ਜੇ ਕਿਤੇ ਸੰਗਤ ਵਿੱਚ ਬੈਠਾ ਹੋਏਗਾ 20 ਮਿੰਟ ਤੇ ਮਹਾਰਾਜ ਦੇ ਘਰ ਤੇਰੀ ਸੁਣੀ ਜਾਊਗੀ। ਇਹਨਾਂ ਨੂੰ ਸੰਭਾਲ ਲਾ, ਬਥੇਰੀ ਉਮਰ ਕੱਢਤੀ ਖਾ ਪੀ ਕੇ ਨੱਚ ਕੇ, ਹੁਣ ਤਾਂ ਬੰਦਗੀ ਕਰ। ਕਹਿੰਦੇ ਜੇ ਤੈਨੂੰ ਲੱਗਦਾ ਨਾ ਕਿ ਮੇਰੇ ਰੱਬ ਦਾ ਸੁਭਾਅ ਬੱਚਿਆਂ ਵਰਗਾ, ਤੇ ਬੱਚੇ ਦੇ ਕੋਲੇ ਮਾਣ ਨਹੀਂ ਕਰੀਦਾ, ਬੱਚੇ ਵਰਗੇ ਹੋ ਜਾਈਦਾ। ਕਹਿੰਦੇ ਫਿਰ ਏਦਾਂ ਦਾ ਹੋ ਜਾ ਜਿੱਦਾਂ ਬੱਚੇ ਨੂੰ ਪੋਲੀਆਂ ਗੱਲਾਂ ਕਰੀਦੀਆਂ। ਬੱਚੇ ਨੂੰ ਨਹੀਂ ਪਤਾ ਵੀ ਇਹ ਗੱਡੀ 20 ਲੱਖ ਦੀ, ਘਰ 50 ਲੱਖ ਦਾ। ਕਹਿੰਦੇ ਜੇ ਤੈਨੂੰ ਨੱਢੜਾ ਨਿੱਕਾ ਜਿਹਾ ਲੱਗਦਾ ਰੱਬ ਦਾ ਸੁਭਾਅ, ਤੇ ਉਹਦੇ ਵਰਗਾ ਬਣ ਜਾ, ਉਹਦੇ ਨਾਲ ਖੇਡਿਆ ਕਰ ਜਿੱਦਾਂ ਆਪਾਂ ਤੁਸੀਂ ਪਿਆਰ ਨਾਲ ਆਉਣੇ ਜਾਂਦੇ ਹੋ।
ਜਦੋਂ ਬੰਦੇ ਨੂੰ ਖੇਡਣ ਦੀ ਆਦਤ ਪੈ ਜੇ ਨਾ, ਉਹਨੂੰ ਫਿਰ ਮਾਂ ਲਿਆਉਂਦੀ, ਉਹ ਫੇਰ ਭੱਜ ਜਾਂਦਾ। ਤੇ ਕਈਆਂ ਨੂੰ ਗੁਰੂ ਨਾਲ ਪਿਆਰ ਪੈ ਗਿਆ, ਉਹ 3-3 ਟਾਈਮ ਹੀ ਆ ਜਾਂਦੇ ਬੌਲੀ ਸਾਹਿਬ। ਘਰ ਦੇ ਕਹਿੰਦੇ ਤੂੰ ਇੱਕ ਟਾਈਮ ਚੱਲ ਜਾ ਕਰ, ਉਹ ਕਹਿੰਦੇ ਕੀ ਕਰੀਏ, ਆਨੰਦ ਜਿਹਾ ਹੀ ਆਉਣ ਲੱਗ ਪਿਆ। ਇੱਥੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਥੋੜਾ ਮਾਣ ਕਰੀ, ਉਹ ਸ਼ੁਕਰ ਕਰ ਲਾ ਤੈਨੂੰ ਸਾਈਂ ਮਿਲ ਗਿਆ। ਜੇ ਜਾਣਾ ਲੜ ਸਿਜਣਾ ਪਿੰਡੀ ਪਾਈ ਗੰਢ, ਜੇ ਜਾਣਾ ਲੜ ਸਿਜਣਾ ਪੀੜੀ ਪਾਈ ਗੰਢ। ਕਹਿੰਦੇ ਜੇ ਤੈਨੂੰ ਲੱਗਦਾ ਹੈ ਵੀ ਤੇਰਾ ਰੱਬ ਦੇ ਨਾਲੋਂ ਨਾਤਾ ਟੁੱਟਦਾ ਹੈ ਨਾ, ਇਹਨੂੰ ਗੂੜਾ ਕਰ ਲੈ, ਇਹਨੂੰ ਘੁੱਟ ਕੇ ਗੰਢ ਦੇ ਲਾ। ਵੀ ਜੇ 5 ਦਿਨ ਨਹੀਂ ਆਇਆ ਤੇ ਨਾਗਾ ਪੈ ਗਿਆ ਤੇ ਸਮਝ ਲਾ ਵੀ ਹੁਣ ਮੈਂ 2 ਟਾਈਮ ਆਉਣਾ 5 ਦਿਨ, ਮੇਰਾ ਪਹਿਲਾ ਹਿਸਾਬ ਕਿਤਾਬ ਵੀ ਬਰਾਬਰ ਹੋ ਜੇ। ਹਾਂਜੀ ਧੰਨ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਸਾਈਂ ਮੈਨੂੰ ਤੇਰੇ ਵਰਗਾ ਕੋਈ ਨਹੀਂ ਮਿਲਿਆ। ਮੈਂ ਸਾਰਾ ਜੱਗ ਵੇਖ ਲਿਆ ਹੰਢਾ ਕੇ। 5 ਸਲੋਕਾਂ ਦੀ ਕਥਾ ਸੰਪੂਰਨ ਹੋਈ। ਸੰਗਤੇ ਬਾਬਾ ਫਰੀਦ ਸਾਹਿਬ ਦੇ ਬੋਲ ਬੜੇ ਮਿੱਠੇ ਜੇ, ਬਹੁਤ ਪਿਆਰੇ। ਸ਼ੱਕਰਗੰਜ ਕਹਿੰਦੇ ਬਾਬਾ ਫਰੀਦ ਸਾਹਿਬ ਜੀ ਨੂੰ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਰਹਿਮਤ ਦਾ ਮੀਂਹ ਪਾਉਣ। ਤੁਸੀਂ ਸਾਰੇ ਪਿਆਰ ਵਾਲਿਆਂ ਨੇ ਸੁਣਿਆ, ਸੰਗਤਾਂ ਨੇ ਲਾਈਵ ਵੀ ਸੁਣਿਆ। ਭੁੱਲ ਚੁੱਕ ਹੋ ਗਈ ਤਾਂ ਮਾਫ ਕਰ ਦੇਣਾ। ਬੱਚੇ ਆ ਕਿਉਂਕਿ ਉਪਰਾਲਾ ਹੈ, ਗੁਰੂ ਸਾਹਿਬ ਨੂੰ ਕਥਨਾ ਔਖਾ ਹੈ। ਭਾਈ ਸਾਹਿਬ ਨੂੰ ਨਾਲ ਦੂਜਾ ਸਿੰਘ ਅੱਜ ਨਹੀਂ ਆਇਆ, ਇਹਨਾਂ ਨੂੰ ਬਿਠਾ ਲਿਆ ਤੇ ਅੱਜ ਹੌਲੀ ਹੌਲੀ ਗੱਲ ਬਣੂਗੀ, ਕਿਉਂਕਿ ਅੱਜ ਬੱਚੇ ਆਉਂਦੇ ਹੀ ਨਹੀਂ ਜੀ। ਮੈਂ ਤਾਂ ਸ਼ਬਦ ਵਰਤਿਆ ਵੀ ਸੰਗਤ ਨੇ ਸੁਣਿਆ ਲਾਈਵ ਵੀ। ਕਈ ਬੰਦੇ ਗਿਆਨੀ ਹੁੰਦੇ, ਉਹ ਕਹਿੰਦੇ ਜੀ ਪਾਠ ਨਹੀਂ ਆਉਂਦਾ, ਪਰ ਮੈਂ ਕਹਿੰਦਾ ਹੁਣ ਤੇ ਗੁਰਦੁਆਰੇ ਨਹੀਂ ਬੱਚੇ ਆਉਂਦੇ, ਪਾਠ ਤੇ ਆਉਣਾ ਦੂਰ ਹੈ। ਇੰਨਾ ਹੀ ਸ਼ੁਕਰ ਹੈ ਵੀ ਇਹ ਬੱਚੇ ਸਾਡੇ ਕੋਲ ਆ ਕੇ ਨਾਲ ਬਹਿ ਗਏ ਆ। ਹੁਣ ਨਹੀਂ ਬੱਚੇ ਆਉਂਦੇ, ਬਜ਼ੁਰਗ ਹੀ ਆਉਂਦੇ। ਬੱਚੇ ਤੇ ਮੋਬਾਈਲਾਂ ਤੇ ਪੈਲਸਾਂ 'ਚ ਰਹਿ ਗਏ, ਗੰਦੇ ਗੀਤਾਂ ਦੇ ਵਿੱਚ ਬੱਚੇ ਚਲੇ ਗਏ। ਤਾਂ ਸ਼ੁਕਰ ਕਰੀਦਾ ਭਾਈ ਇਹਨਾਂ ਬੱਚਿਆਂ ਨੂੰ ਵੇਖ ਕੇ ਵੀ ਚਲੋ ਕੋਈ ਤੇ ਹੈ। ਇੰਨਾ ਹੀ ਬੜਾ ਰੰਗ ਲਾਗਤ ਪਹਿਲੇ ਦਿਨ ਸਾਈਕਲ ਸਿੱਖਣਾ ਤੇ ਹੌਲੀ ਹੌਲੀ ਗੋਡੇ ਗਿੱਟੇ ਛਾਂਗ ਕੇ ਫੇਰ ਹੀ ਜਾਚ ਆਉਂਦੀ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਿ ਦਇਆ ਦੇ ਸਾਗਰ। ਇੱਕ ਦਿਨ ਇੱਕ ਸਿੰਘ ਪਾਠ ਕਰੇ ਤੇ ਇੱਕ ਆਇਆ, ਕਹਿੰਦਾ ਬਾਬਾ ਜੀ ਇਹਦੇ ਮਾਰੋ 2 ਚਪੇੜਾਂ, ਇਹਨਾਂ ਨੂੰ ਗਲਤ ਪਾਠ ਕਰੀ ਜਾਂਦੇ, ਤੁਸੀਂ ਆਪ ਨਹੀਂ ਕਰਦੇ। ਮੈਂ ਕਿਹਾ ਮੈਂ ਵੀ ਪਹਿਲਾਂ ਏਦਾਂ ਹੀ ਸ਼ੁਰੂ ਹੋਇਆ ਸੀ। ਕੋਈ ਬੰਦਾ ਵੀ ਨਵੀਂ ਚੀਜ਼ ਸਿੱਖਦਾ, ਡਰਾਈਵਰੀ ਸਿੱਖਦਾ, ਤੇ ਉਹਨੂੰ ਪੇਚਕਸ ਖਾਣੇ ਪੈਂਦੇ ਆ, ਫੇਰ ਹੀ ਜਾਚ ਆਉਂਦੀ ਹੈ। ਅਸੀਂ ਪਹਿਲਾਂ ਹੀ ਕਹਿ ਦਿੰਦੇ ਜੀ ਬੱਚੇ ਨੂੰ ਨਾ ਪਾਠ 'ਤੇ ਪਾਇਓ, ਆਪ ਕਰਿਓ, ਵੀ ਹੁਣ ਬੂਟਾ ਲਾਵਾਂਗੇ ਤੇ ਫਲ ਲੱਗੂਗਾ। ਫਿਰ ਕੀ ਹੋਇਆ ਜੀ, ਅਜੇ ਸ਼ੁਰੂ ਹੋਇਆ, 1-2 ਬਚਨ, ਹੌਲੀ ਹੌਲੀ ਕਿਰਪਾ ਹੋ ਜਾਣੀ। ਅਸੀਂ ਕਹਿੰਦੇ ਬੱਚਾ ਨਹੀਂ ਪਾਉਣਾ ਤੇ ਬੁੱਢੇ ਕਿੰਨਾ ਚਿਰ ਪਾਠ ਕਰਨਗੇ। ਪਹਿਲੀ ਗੱਲ ਹੈ ਵੀ ਨਵਾਂ ਡਰਾਈਵਰ ਬਿਠਾਉਣਾ ਏ ਤੇ ਉਹਨੇ 1-2 ਵਾਰਾਂ ਲਾਈਟਾਂ ਭੰਨਣੀਆਂ ਹੀ ਆ, 1-2 ਵਾਰਾਂ ਛਿੱਲੂਗਾ, ਫਿਰ ਜਾ ਕੇ ਜਾਚ ਆਉਂਦੀ ਹੈ। ਇਸ ਕਰਕੇ ਪਿਆਰ ਦਿਆ ਕਰੋ। ਕੋਈ ਬੱਚਾ ਬਾਣੀ ਪੜ੍ਹਦਾ ਹੋਵੇ ਨਾ, ਗੁਰੂ ਮੇਰਾ ਬਖਸ਼ ਲੈਂਦਾ, ਕਿਉਂਕਿ ਬੱਚਿਆਂ ਦੀ ਭੁੱਲ ਗੁਰੂ ਮਾਫ ਕਰ ਦਿੰਦਾ। ਉਹਨਾਂ ਦਾ ਸਾਥ ਦਿਆ ਕਰੋ। ਸ਼ਾਬਾਸ਼ ਪੁੱਤ ਤੂੰ ਬਹੁਤ ਸੋਹਣਾ ਪੜ੍ਹਿਆ। ਜਦੋਂ ਆਪਾਂ ਦਿਲ ਤੋੜ ਦਿੰਦੇ, ਉਹ ਅਗਲੇ ਦਿਨ ਗੁਰਦੁਆਰਾ ਸਾਹਿਬ ਹੀ ਛੱਡ ਜਾਂਦਾ। ਇਸ ਕਰਕੇ ਜੇ ਇਹ ਚੀਜ਼ ਵੇਖੀਏ ਤਾਂ ਮੈਂ ਵੀ ਫੇਲ ਹੈ, 0 ਵੀ ਨਹੀਂ ਹੈ, ਕਿਉਂਕਿ ਬਹੁਤ ਉੱਚੀ ਹੈ ਬਾਣੀ। ਇੱਕ ਇੱਕ ਔਂਕੜ, ਇੱਕ ਇੱਕ ਸਿਹਾਰੀ ਦੇ ਅਰਥ ਬੜੇ ਡੂੰਘੇ ਹੈ। ਇਹ ਤਾਂ ਮਾਰੇ ਨਾਲ ਲਾਡ ਪਿਆਰ ਜਿਹਾ ਕਰ ਲਈਦਾ, ਵੀ ਜਿੱਦਾਂ ਬੱਚਾ ਲਾੜ 'ਚ ਬਾਪੂ ਦੀ ਦਾੜੀ ਫੜ ਲੈਂਦਾ। ਪੱਗ ਵੀ ਲਾ ਦਿੰਦੇ ਬੱਚੇ, ਕਈ ਵਾਰ ਅੱਖ 'ਚ ਉਂਗਲ ਮਾਰ ਦਿੰਦੇ, ਪਰ ਪਿਤਾ ਨੂੰ ਪਤਾ ਵੀ ਇਹ ਨਿਆਣਾ ਹੈ। ਗੁਰੂ ਸਾਹਿਬ ਨੂੰ ਪਤਾ ਹੈ ਮੇਰੇ ਬੱਚੇ ਨਿਗੇ ਜੇ, ਕੋਈ ਨਹੀਂ, ਜੇ ਪੂਰੇ ਅਰਥ ਨਹੀਂ ਆਉਂਦੇ ਚੱਲ ਥੋੜ੍ਹੇ ਬਹੁਤ ਤੇ ਕਰਦੇ ਹੀ ਆ ਨਾ। ਸੋ ਬਹੁਤ ਧੰਨਵਾਦ ਸੰਗਤ ਜੀ। ਅੱਜ ਬਾਬਾ ਫਰੀਦ ਸਾਹਿਬ ਨੇ ਤਾਂ ਸ਼ੱਕਰ ਹੀ ਵੰਡਤੀ, ਇੰਨਾ ਆਨੰਦ ਵਰਸਾਇਆ ਨਾ। ਅੱਜ ਅੱਗੇ ਹੁੰਦਾ ਵੀ ਛੇਤੀ ਸਮਾਪਤੀ ਕਰੀਏ, ਅੱਜ ਜੀ ਕਰਦਾ ਕਰੀ ਜਾਈਏ। ਔਰ ਗੁਰੂ ਸਾਹਿਬ ਬਾਬਾ ਫਰੀਦ ਸਾਹਿਬ ਦੀ ਜ਼ਿੰਦਗੀ ਸ਼ੱਕਰ ਨਾਲ ਭਰੀ ਹੈ। ਉਹਨਾਂ ਦੇ ਬੋਲਾਂ 'ਚ ਇੰਨੀ ਮਿਠਾਸ ਹੈ ਵੀ ਜਿਹੜਾ ਨਹੀਂ ਵੀ ਸੁਣਨਾ ਚਾਹੁੰਦਾ ਉਹ ਵੀ ਕਹਿੰਦਾ ਸੁਣ ਕੇ ਜਾਂਦੇ ਆ, ਇੰਨੀ ਬਖਸ਼ਿਸ਼ ਹੈ। ਸੋ ਬਹੁਤ ਧੰਨਵਾਦ ਪਿਆਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਠਾਕੁਰ ਅਰਦਾਸ ਜੀਓ ਪਿੰਡ